प्यारे विद्यार्थी दोस्तों, पिछले जो असी अरस्तू बारे गलबात करनी शुरू की सी, अरस्तू दे अनुकरण सिद्धांत बारे पिछले लैक्चर दे विच आपां गल कीती सी। अज असी अरस्तू दा जो त्रासदी दा सिद्धांत है, त्रासदी बारे जिहड़ियां ओह गल्लां करदा है कि एक परफेक्ट जिहड़ी त्रासदी है ਉਹ ਕਿਵੇਂ ਲਿਖੀ ਜਾ ਸਕਦੀ ਆ, ਉਹਦੇ ਲਈ ਕਵੀ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਅਰਸਤੂ ਜੋ ਤਰਾਸਦੀ ਦੀ ਪਰਿਭਾਸ਼ਾ ਦਿੰਦਾ ਹੈ ਉਹਦੇ ਨਾਲ ਆਪਣੀ ਗੱਲ ਸ਼ੁਰੂ ਕਰਦੇ ਹਾਂ। ਤਾਂ ਅਰਸਤੂ ਦੇ ਆਪਣੇ ਸ਼ਬਦਾਂ 'ਚ ਤਰਾਸਦੀ ਕਿਸੇ ਗੰਭੀਰ, ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ। ਇਹਦੇ ਵਿੱਚ ਅਸੀਂ ਜਿਹੜੇ ਸ਼ਬਦ ਧਿਆਨ ਦੇਣ ਯੋਗ ਹੈ ਸਾਡੇ, ਗੰਭੀਰ, ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ, ਜਿਸ ਦਾ ਮਾਧਿਅਮ ਨਾਟਕ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਵਰਤੇ ਗਏ ਸਭ ਪ੍ਰਕਾਰ ਦੇ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ, ਜੋ ਬਿਰਤਾਂਤਕ ਰੂਪ 'ਚ ਨਾ ਹੋ ਕੇ ਕਾਰਜ ਰੂਪ 'ਚ ਹੁੰਦੀ ਹੈ ਅਤੇ ਜਿਸ ਵਿੱਚ ਕਰੁਣਾ ਅਤੇ ਤਰਾਸ ਰਾਹੀਂ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਰੇਚਨ ਕੀਤਾ ਜਾਂਦਾ ਹੈ। ਤਾਂ ਜਦੋਂ ਅਸੀਂ ਇਸ ਪੂਰੀ ਪਰਿਭਾਸ਼ਾ ਨੂੰ ਖੋਲਦੇ ਹਾਂ ਤਾਂ ਇਹਦੇ ਵਿੱਚ ਜੋ ਅਨੁਕਰਨ ਦਾ ਉਦੇਸ਼ ਹੈ, ਅਨੁਕਰਨ ਦਾ ਜੋ ਸਬਜੈਕਟ ਹੈ ਉਹ ਵੀ ਆਉਂਦਾ ਹੈ, ਅਨੁਕਰਨ ਦੀ ਵਿਧੀ ਬਾਰੇ ਵੀ ਗੱਲ ਕੀਤੀ ਗਈ ਆ ਤੇ ਇਹ ਲਿਖਣੀ ਕਿਉਂ ਆ, ਇਹਦਾ ਮਕਸਦ ਕੀ ਆ, ਇਹਦੇ ਬਾਰੇ ਵੀ ਗੱਲ ਕੀਤੀ ਹੋਈ ਆ। ਤੋ ਅਸੀਂ ਇਹਦੇ ਬਾਰੇ ਅੱਗੋਂ ਇਹਨੂੰ ਖੋਲ ਕੇ ਇਹਦੇ ਬਾਰੇ ਗੱਲ ਕਰਨਾ ਸ਼ੁਰੂ ਕਰਦੇ ਹਾਂ। ਪਰੰਤੂ ਜਦੋਂ ਅਸੀਂ ਇਹਦੇ ਬਾਰੇ ਅੱਗੋਂ ਪੜ੍ਹਦੇ ਹਾਂ ਪੋਇਟਿਕਸ, ਤਾਂ ਅਰਸਤੂ ਤਰਾਸਦੀ ਦੇ 6 ਲਾਜ਼ਮੀ ਅੰਗ ਮੰਨਦਾ ਹੈ। ਤਰਾਸਦੀ ਦੇ 6 ਕੰਪੋਨੈਂਟਸ, 6 ਲਾਜ਼ਮੀ ਅੰਗ ਕਰਦਾ ਹੈ ਅਰਸਤੂ ਆਪਣੀ ਪੋਇਟਿਕਸ ਦੇ ਵਿੱਚ, ਜਿਹੜੇ ਮਿਲ ਕੇ ਉਹਦੇ ਸੋਹਜ ਦਾ ਨਿਰਣਾ ਕਰਦੇ ਨੇ। ਉਹ ਹੈਗੇ ਨੇ ਕਥਾਨਕ, दूसरे नंबर ते चरित्र चित्रण, तीसरे नंबर ते पद रचना, चौथे नंबर ते विचार तत्त, फिर दृश्य विधान ते फिर गीत। ये 6 तत्तां बारे, ये 6 अंगां बारे ਉਹ ਤਰਾਸਦੀ ਦੇ ਵਿੱਚ ਗੱਲ ਕਰਦਾ। ਇਹਨਾਂ ਵਿੱਚੋਂ ਉਹਦੇ ਅਨੁਸਾਰ ਜਿਹੜੇ 2 ਨੇ ਅਨੁਕਰਨ ਦੇ ਮਾਧਿਅਮ ਨੇ, 1 ਅਨੁਕਰਨ ਦੀ ਵਿਧੀ ਹੈ ਤੇ 3 ਅਨੁਕਰਨ ਦੇ ਵਿਸ਼ੇ ਨੇ। ਤਾਂ ਅਰਸਤੂ ਜਦੋਂ ਇਹਨਾਂ ਐਲੀਮੈਂਟਸ ਬਾਰੇ ਇੱਕ ਇੱਕ ਕਰਕੇ ਗੱਲ ਕਰਦਾ ਹੈ ਤਾਂ ਅਰਸਤੂ ਸਭ ਤੋਂ ਜ਼ਿਆਦਾ ਤਰਾਸਦੀ ਦੇ ਵਿੱਚ ਕਥਾਨਕ ਨੂੰ ਮਹੱਤਵਪੂਰਨ ਮੰਨਦਾ ਹੈ। ਮਤਲਬ ਉਹਦੇ ਅਨੁਸਾਰ ਜਿਹੜੀ ਤਰਾਸਦੀ ਦੀ ਆਤਮਾ ਹੁੰਦੀ ਹੈ ਉਹ ਕਥਾਨਕ ਦੇ ਵਿੱਚ ਪਈ ਹੁੰਦੀ ਹੈ। ਜਿਵੇਂ ਤੁਸੀਂ ਪਿਛਲੇ ਸਮੈਸਟਰ ਦੇ ਵਿੱਚ ਭਾਰਤੀ ਕਾਵਿ ਸ਼ਾਸਤਰ ਪੜ੍ਹਿਆ ਤੇ ਤੁਸੀਂ ਯਾਦ ਕਰੋ ਵੀ ਆਪਾਂ ਜਦੋਂ ਭਾਰਤੀ ਕਾਵਿ ਸ਼ਾਸਤਰ ਪੜ੍ਹਿਆ ਤਾਂ ਉਹਦੇ ਵਿੱਚ ਵੀ ਇਸ ਗੱਲ ਬਾਰੇ ਡਿਬੇਟ ਹੈ ਭਾਰਤੀ ਕਾਵਿ ਸ਼ਾਸਤਰੀਆਂ ਦੇ ਵਿੱਚ ਕਿ ਕਿਹੜਾ ਤੱਤ ਹੈ ਜਿਹੜਾ ਕਾਵਿ ਦੀ ਆਤਮਾ ਹੁੰਦਾ ਹਨਾ। ਤਾਂ ਜਿਹਦੇ 'ਚ ਭਰਤ ਮੁਨੀ ਰਸ ਬਾਰੇ ਗੱਲ ਕਰਦਾ। ਤਾਂ ਜਿਹੜਾ ਸਥਾਨ ਰਸ ਨੂੰ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਪ੍ਰਾਪਤ ਹੈ, ਲਗਭਗ ਉਹੀ ਥਾਂ ਜਿਹੜੀ ਅਰਸਤੂ ਉਹ ਕਥਾਨਕ ਨੂੰ ਦਿੰਦਾ। ਜਦੋਂ ਮਾਡਰਨ ਲਿਟਰੇਚਰ ਦੇ ਵਿੱਚ ਹੋਰ ਕ੍ਰਿਟਿਕਸ ਆਉਂਦੇ ਆ ਤੇ ਨਾਟਕ ਨੂੰ ਖੋਲ੍ਹਣਾ ਸ਼ੁਰੂ ਕਰਦੇ ਆ ਤਾਂ ਜਿਹੜਾ ਪਾਤਰ ਹੈ ਉਹਨੂੰ ਬੜਾ ਇੰਪੋਰਟੈਂਟ ਤੱਤ ਮੰਨਿਆ ਜਾਂਦਾ, ਪਰ ਅਰਸਤੂ ਪਾਤਰ ਨੂੰ ਸੈਕੰਡਰੀ ਮੰਨਦਾ, ਪਾਤਰ ਚਰਿੱਤਰ ਚਿੱਤਰਨ ਨੂੰ ਸੈਕੰਡਰੀ ਮੰਨਦਾ ਤੇ ਕਥਾਨਕ ਨੂੰ ਪ੍ਰਾਇਮਰੀ ਥਾਂ ਦਿੰਦਾ। ਉਹ ਇਹਦੇ ਬਹੁਤ ਸਾਰੇ ਕਾਰਨ ਵੀ ਦੱਸਦਾ ਹੈ ਕਿ ਉਹ ਇਸ ਤਰ੍ਹਾਂ ਕਿਉਂ ਸੋਚਦਾ। ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਕਾਰਨ ਦਿੰਦਾ ਹੈ ਕਿ ਉਹਦੇ ਲਈ ਕਥਾਨਕ ਕਿਉਂ ਇੰਪੋਰਟੈਂਟ ਹੈ, ਉਹ ਕਹਿੰਦਾ ਵੀ ਜਿਹੜਾ ਤਰਾਸਦੀ ਹੈ ਉਹ ਮਨੁੱਖ ਦਾ ਅਨੁਕਰਨ ਨਹੀਂ ਸਗੋਂ ਕਾਰਜ ਤੇ ਜੀਵਨ ਦਾ ਅਨੁਕਰਨ ਹੈ। ਮਤਲਬ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਉਹਦੇ ਲਈ ਕਥਾਨਕ ਕਿੰਨਾ ਇੰਪੋਰਟੈਂਟ ਹੈ ਤਾਂ ਮੈਨੂੰ ਖਾਸ ਤੌਰ ਤੇ ਉਹ ਗੱਲ ਯਾਦ ਆ ਰਹੀ ਸੀ ਜਦੋਂ ਪੱਤ ਸਾਹਿਬ ਆਪਣੇ ਲੇਖ ਦੇ ਵਿੱਚ ਲਿਖਦੇ ਨੇ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ। ਤਾਂ ਉਹ ਕਹਿੰਦੇ ਨੇ ਵੀ ਨਵਤੇਜ ਭਾਰਤੀ ਨੇ ਮੈਨੂੰ ਕਿਹਾ ਕਿ ਚੱਲ ਕਵੀ ਸ਼ਹਿਰ ਚੱਲੀਏ, ਤੇ ਲਾਲੀ ਨੇ ਕਿਹਾ ਇਨਫੈਕਟ ਸੌਰੀ। ਤਾਂ ਉਹ ਕਹਿੰਦੇ ਵੀ ਉਹਨੇ ਮੈਨੂੰ ਕਿਹਾ ਵੀ ਕਵੀ ਚੱਲ ਸ਼ਹਿਰ ਚੱਲੀਏ, ਤਾਂ ਮੈਂ ਕਿਹਾ ਲਾਲੀ ਜੀ ਆਪਾਂ ਇੰਨੀ ਦੂਰ ਪੈਦਲ ਹੀ ਚੱਲਾਂਗੇ ਕਿਉਂਕਿ ਯੂਨੀਵਰਸਿਟੀ ਤੋਂ ਕਾਫੀ ਦੂਰ ਸੀ ਪਟਿਆਲਾ ਸ਼ਹਿਰ। ਤਾਂ ਉਹ ਕਹਿੰਦੇ ਕਿ ਨਹੀਂ ਆਪਾਂ ਕਥਾ ਤੇ ਸਵਾਰ ਹੋ ਕੇ ਚੱਲਾਂਗੇ। ਤੇ ਪਾਤਰ ਸਾਹਿਬ ਕਹਿੰਦੇ ਨੇ ਕਿ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੇ ਪੈਰਾਂ ਤੇ ਨਹੀਂ ਤੁਰਿਆ।
ਇਹ ਗੱਲ ਚਾਹੇ ਕਥਾ ਬਾਰੇ ਹੋ ਰਹੀ ਆ, ਪਰ ਅਸੀਂ ਅਕਸਰ ਇਹ ਕਹਿੰਦੇ ਆ ਕਿ ਬੰਦਾ ਕਥਾ ਦਾ ਬਣਿਆ ਹੁੰਦਾ। ਅਸੀਂ ਕਦੇ ਇਹ ਨਹੀਂ ਕਹਿੰਦੇ ਕਿ ਬੰਦਾ ਪਾਤਰ ਦਾ ਬਣਿਆ ਹੁੰਦਾ ਹਨਾ। ਕਥਾਵਾਂ ਬੰਦੇ ਤੇ ਕਿਵੇਂ ਅਸਰ ਕਰਦੀਆਂ ਨੇ, ਉਸ ਲਹਿਜ਼ੇ ਨਾਲ ਜਦੋਂ ਅਰਸਤੂ ਕਥਾਨਕ ਨੂੰ ਇੰਪੋਰਟੈਂਟ ਕਹਿੰਦਾ ਹੈ ਤਾਂ ਉਹ ਅਸਲ ਦੇ ਵਿੱਚ ਕਾਰਜ ਨੂੰ ਤੇ ਜੀਵਨ ਨੂੰ ਇੰਪੋਰਟੈਂਟ ਕਹਿ ਰਿਹਾ ਹੈ। ਤੇ ਇਹ ਕਹਿ ਰਿਹਾ ਹੈ ਕਿ ਤਰਾਸਦੀ ਨੇ ਪਾਤਰ ਦਾ ਅਨੁਕਰਨ ਨਹੀਂ ਕਰਨਾ ਹੁੰਦਾ, ਤਰਾਸਦੀ ਨੇ ਜੀਵਨ ਦਾ ਤੇ ਕਾਰਜ ਦਾ ਅਨੁਕਰਨ ਕਰਨਾ ਹੁੰਦਾ। ਇਸ ਲਈ ਪਾਤਰ ਉਹਦੇ ਲਈ ਸੈਕੰਡਰੀ ਹੈ। ਫਿਰ ਅੱਗੋਂ ਕਹਿੰਦਾ ਵੀ ਜਿਹੜਾ ਪਾਤਰ ਹੈ, ਪਾਤਰ ਦੇ ਗੁਣਾਂ ਤੋਂ, ਪਾਤਰ ਦੇ ਭਾਵ ਨੇ ਜਿਹੜੇ ਉਹ, ਮਤਲਬ ਇੱਕ ਪਾਤਰ ਮੰਨ ਲਓ ਬਹੁਤ ਇਮਾਨਦਾਰ ਹੈ, ਬਹੁਤ ਬਹਾਦਰ ਹੈ, ਉਹਦੇ 'ਚ ਗੁਣ ਨੇ ਹਨਾ, ਪਰ ਸਾਨੂੰ ਇਹਨਾਂ ਗੁਣਾਂ ਦਾ ਪਤਾ ਉਦੋਂ ਤੱਕ ਨਹੀਂ ਲੱਗਦਾ ਜਦੋਂ ਤੱਕ ਉਹ ਇਹਨਾਂ ਗੁਣਾਂ ਨੂੰ ਐਕਸਰਸਾਈਜ਼ ਨਹੀਂ ਕਰਦਾ। ਇਹ ਗੁਣ ਉਹਦੇ ਕਾਰਜ ਦੇ ਵਿੱਚ ਪ੍ਰਗਟ ਨਹੀਂ ਹੁੰਦੇ, ਉਦੋਂ ਤੱਕ ਉਹਨਾਂ ਦਾ ਪਾਤਰ ਦੇ ਵਿੱਚ ਗੁਣ ਹੋਣ ਦਾ ਕੋਈ ਮਕਸਦ ਨਹੀਂ ਹੈ। ਤੇ ਉਹਦਾ ਐਕਸਰਸਾਈਜ਼ ਕਰਨਾ ਉਹਨਾਂ ਗੁਣਾਂ ਨੂੰ, ਆਪਣੀ ਬਹਾਦਰੀ ਨੂੰ ਐਕਸਰਸਾਈਜ਼ ਕਰਨਾ, ਆਪਣੀ ਇਮਾਨਦਾਰੀ ਨੂੰ ਐਕਸਰਸਾਈਜ਼ ਕਰਨਾ, ਉਹ ਕਾਰਜ ਦੇ ਵਿੱਚ ਆਊਗਾ। ਤਾਂ ਜਦੋਂ ਕੋਈ ਪਾਤਰ ਕੋਈ ਕਾਰਜ ਕਰਦਾ ਹੈ ਤਾਂ ਉਹ ਕਾਰਜ ਰਾਹੀਂ ਹੀ ਪਾਤਰ ਇੰਪੋਰਟੈਂਟ ਹੁੰਦਾ ਤੇ ਉਹ ਕਾਰਜ ਕਥਾਨਕ ਦਾ ਹਿੱਸਾ ਹੁੰਦਾ ਹੈ। ਇਸੇ ਤਰ੍ਹਾਂ ਉਹਨੂੰ ਲੱਗਦਾ ਹੈ ਕਿ ਜਿਹੜਾ ਪਾਤਰ ਹੈ ਅਰਸਤੂ ਦੇ ਅਨੁਸਾਰ ਉਹ ਕਥਾ ਨੂੰ ਅੱਗੇ ਤੋਰਨ ਦਾ ਇੱਕ ਮਾਧਿਅਮ ਹੈ, ਉਹ ਆਪਣੇ ਆਪ 'ਚ ਸੈਕੰਡਰੀ ਹੈ। ਇਸੇ ਤਰ੍ਹਾਂ ਜਿਹੜੇ ਹੋਰ ਤੱਤਾਂ ਦੀ ਗੱਲ ਉਹਨੇ ਕੀਤੀ ਹੈ ਨਾਲ ਹੀ ਅਰਸਤੂ ਨੇ ਕਿ ਪਦ ਰਚਨਾ, ਜਿਹਦੇ ਲਈ ਡਿਕਸ਼ਨ ਸ਼ਬਦ ਅੰਗਰੇਜ਼ੀ ਦੇ ਵਿੱਚ ਵਰਤਿਆ ਜਾਂਦਾ ਹੈ, ਕਿ ਡਿਕਸ਼ਨ ਕਿਉਂ ਉਹ ਥਾਂ ਨਹੀਂ ਲੈਂਦੀ ਹੈਗੀ, ਤਾਂ ਉਹਦੇ ਬਾਰੇ ਉਹ ਕਹਿੰਦਾ ਵੀ ਚਾਹੇ ਡਿਕਸ਼ਨ, ਕਿਸੇ ਦੇ ਬੋਲ ਕਿੰਨੇ ਮਰਜ਼ੀ ਇੰਪੋਰਟੈਂਟ ਹੋਣ, ਕਿੰਨੇ ਮਰਜ਼ੀ ਸੋਹਣੇ ਹੋਣ, ਕਿਸੇ ਦੀ ਥਾਟ ਜਿੰਨੀ ਮਰਜ਼ੀ ਸੋਹਣੀ ਹੋਵੇ, ਪਰ ਕੱਲੀ ਥਾਟ, ਕੱਲੀ ਡਿਕਸ਼ਨ, ਥਾਟ ਜਿਹੜਾ ਵਿਚਾਰ ਤੱਤ ਦੀ ਗੱਲ ਆਈ ਹੈ, ਜਿਹੜਾ ਅਗਲਾ ਤੱਤ ਹੈ, ਕਿ ਚਾਹੇ ਵਿਚਾਰ ਕਿੰਨੇ ਮਰਜ਼ੀ ਸੋਹਣੇ ਹੋਣ, ਚਾਹੇ ਭਾਸ਼ਾ ਕਿੰਨੀ ਮਰਜ਼ੀ ਸੋਹਣੀ ਹੋਵੇ, ਕੱਲੀ ਭਾਸ਼ਾ ਤੇ ਕੱਲੇ ਵਿਚਾਰ ਜਿਹੜਾ ਤਰਾਸਦੀ ਹੈ ਉਹਨੂੰ ਪੈਦਾ ਨਹੀਂ ਕਰ ਸਕਦੇ। ਫੀਅਰ ਤੇ ਪਿਟੀ ਦੇ ਜਿਹੜੇ ਭਾਵ ਪੈਦਾ ਹੋਣੇ ਨੇ ਤਰਾਸਦੀ ਨੂੰ ਦੇਖ ਕੇ ਦਰਸ਼ਕ ਦੇ ਮਨ 'ਚ, ਉਹ ਨਹੀਂ ਪੈਦਾ ਹੋ ਸਕਦੇ ਜੇਕਰ ਉਹਦੇ ਵਿੱਚ ਇੱਕ ਕਥਾਨਕ ਨਹੀਂ ਹੈ। ਇਹ ਕੰਮ ਕਥਾਨਕ ਨੇ ਹੀ ਕਰਨਾ ਹੈ ਕਿ ਦਰਸ਼ਕ ਦੇ ਮਨ 'ਚ ਕਿਸੇ ਕਿਸਮ ਦੇ ਕਰੁਣਾ ਦੇ ਭਾਵ, ਦਇਆ ਦਾ ਭਾਵ ਜਾਂ ਡਰ ਦਾ ਭਾਵ ਪੈਦਾ ਕਰਨਾ ਹੈ ਤੇ ਉਹਦਾ ਵਿਰੇਚਨ ਕਰਨਾ, ਉਹਦੀਆਂ ਫੀਲਿੰਗਸ ਦਾ। ਇਹ ਕੰਮ ਹੈ ਜਿਹੜਾ ਉਹ ਕਥਾਨਕ ਰਾਹੀਂ ਹੀ ਹੋ ਸਕਦਾ, ਕੱਲੀ ਭਾਸ਼ਾ, ਕੱਲੇ ਵਿਚਾਰ ਇਹ ਕੰਮ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਪਦ ਰਚਨਾ, ਜਿਹੜੀ ਭਾਸ਼ਾ ਜਾਂ ਡਿਕਸ਼ਨ ਆ, ਉਹ ਵੀ ਇੰਨੀ ਇੰਪੋਰਟੈਂਟ ਨਹੀਂ ਹੈ, ਜਿਹੜਾ ਵਿਚਾਰ ਤੱਤ ਹੈ ਉਹ ਵੀ ਇੰਨਾ ਇੰਪੋਰਟੈਂਟ ਨਹੀਂ ਹੈ। ਅੱਗੋਂ ਉਹ ਦ੍ਰਿਸ਼ ਵਿਧਾਨ ਬਾਰੇ ਗੱਲ ਕਰਦਾ ਹੈ ਕਿ ਦ੍ਰਿਸ਼ ਵਿਧਾਨ ਬਾਰੇ ਬੜੇ ਡਿਫਰੈਂਟ ਤਰ੍ਹਾਂ ਦੇ ਸਾਨੂੰ ਵਿਚਾਰ ਮਿਲਦੇ ਆ, ਅਸੀਂ ਇਹਦੇ ਬਾਰੇ ਬਾਅਦ 'ਚ ਵੀ ਗੱਲ ਕਰਾਂਗੇ। ਪਰ ਕੁੱਲ ਮਿਲਾ ਕੇ ਅਰਸਤੂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਕਥਾਨਕ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪਲਾਟ ਕਹਿੰਦੇ ਆ। ਘਟਨਾਵਾਂ ਦੀ ਠੀਕ ਵਿਉਂਤਬੰਦੀ ਰਾਹੀਂ ਹੀ ਚੰਗਾ ਕਥਾਨਕ ਸਿਰਜਿਆ ਜਾ ਸਕਦਾ ਹੈ ਤੇ ਇਹਦੇ ਵਿੱਚ ਰੈਕੋਗਨੀਸ਼ਨ ਤੇ ਰਿਵਰਸਲ ਹੈ ਜਿਹੜੇ, ਉਹ ਦੋ ਚੀਜ਼ਾਂ ਹੁੰਦੀਆਂ ਨੇ। ਇਹਦੇ ਬਾਰੇ ਆਪਾਂ ਬਾਅਦ 'ਚ ਵੀ ਗੱਲ ਕਰਾਂਗੇ ਕਿ ਰੈਕੋਗਨੀਸ਼ਨ ਤੇ ਰਿਵਰਸਲ ਤੋਂ ਕੀ ਭਾਵ ਹੈ। ਤੇ ਇਹਦੇ ਨਾਲ ਹੀ ਜਿਹੜਾ ਕਥਾਨਕ ਹੈ ਸ਼ਕਤੀਸ਼ਾਲੀ ਬਣਦਾ ਹੈ। ਕਰੁਣਾ ਰਸ ਤੇ ਡਰ ਦਾ ਜਿਹੜਾ ਭਾਵ ਹੈ ਉਹ ਦਰਸ਼ਕ ਦੇ ਮਨ 'ਚ ਅੰਤ 'ਚ ਪੈਦਾ ਹੁੰਦੇ ਨੇ ਤੇ ਇਹਦੇ ਕਾਰਨ ਹੀ ਜਿਹੜਾ ਤਰਾਸਦੀ ਦਾ ਮਕਸਦ ਹੈ ਜਿਹੜਾ ਉਹ ਸਫਲ ਹੁੰਦਾ। ਇਹਦੇ ਲਈ ਉਹ ਇੱਕ ਉਦਾਹਰਣ ਵੀ ਦਿੰਦਾ, ਖਾਸ ਤੌਰ ਤੇ ਪਾਤਰਾਂ ਦੇ ਪ੍ਰਸੰਗ 'ਚ ਜਾਂ ਭਾਸ਼ਾ ਜਾਂ ਦੂਜੇ ਤੱਤਾਂ ਦੇ ਪ੍ਰਸੰਗ 'ਚ। ਉਹ ਪੇਂਟਿੰਗ ਦੀ ਉਦਾਹਰਣ ਦਿੰਦਾ ਕਿ ਕਿਵੇਂ ਕਥਾਨਕ ਬਾਕੀ ਤੱਤਾਂ ਨਾਲੋਂ ਇੰਪੋਰਟੈਂਟ ਹੈ। ਉਹ ਕਹਿੰਦਾ ਵੀ ਮੰਨ ਲਓ ਤੁਹਾਡੇ ਕੋਲ ਇੱਕ ਕੈਨਵਸ ਹੈ, ਤੁਸੀਂ ਕੈਨਵਸ ਦੇ ਉੱਤੇ ਬਹੁਤ ਸੋਹਣੇ ਸੋਹਣੇ ਰੰਗ ਬਿਖੇਰ ਦਿਓ, ਪਰ ਉਹਨਾਂ ਦਾ ਕੋਈ ਆਰਡਰ ਨਾ ਹੋਵੇ। ਐਵੇਂ ਤੁਸੀਂ ਬਹੁਤ ਖੂਬਸੂਰਤ ਰੰਗ ਨੇ ਜਿਹੜੇ ਉਹ ਕੈਨਵਸ ਦੇ ਉੱਤੇ ਖਿਲਾਰ ਦਿਓ ਤਾਂ ਉਹ ਤੁਹਾਨੂੰ ਕੋਈ ਸੁੰਦਰਤਾ ਦਾ ਪ੍ਰਭਾਵ ਨਹੀਂ ਦੇਣਗੇ। ਪਰੰਤੂ ਜੇ ਤੁਸੀਂ ਇੱਕ ਸਿੰਪਲ ਪੈਨਸਲ ਨਾਲ ਇੱਕ ਆਊਟਲਾਈਨ ਕਿਸੇ ਪੋਰਟਰੇਟ ਦੀ ਬਣਾ ਦਿਓ, ਉਹਨੂੰ ਸਿੰਪਲ ਉਹਦੀ ਆਊਟਲਾਈਨ ਹੀ ਤੁਸੀਂ ਡਰਾ ਕੀਤੀ ਹੋਵੇ, ਉਹਦੇ 'ਚ ਕੋਈ ਆਰਗੇਨਾਈਜੇਸ਼ਨ ਹੋਵੇ, ਤਾਂ ਉਹ ਤੁਹਾਨੂੰ ਸੁੰਦਰਤਾ ਦਾ ਪ੍ਰਭਾਵ ਦੇਊਗੀ।
ਇਸ ਕਰਕੇ ਬਾਕੀ ਚੀਜ਼ਾਂ ਜਿੰਨੀਆਂ ਮਰਜ਼ੀ ਸੋਹਣੀਆਂ ਹੋਣ, ਜਦੋਂ ਤੱਕ ਉਹ ਕਿਸੇ ਆਊਟਲਾਈਨ ਦੇ ਵਿੱਚ ਬੰਨੀਆਂ ਹੋਈਆਂ ਨਹੀਂ ਹੈਗੀਆਂ ਉਦੋਂ ਤੱਕ ਉਹ ਇੰਪੋਰਟੈਂਟ ਨਹੀਂ ਬਣਦੀਆਂ। ਇਸ ਲਈ ਕਥਾਨਕ ਨੂੰ ਅਰਸਤੂ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਦਾ ਹੈ ਤਰਾਸਦੀ ਦੇ ਵਿੱਚ। ਕਥਾਨਕ ਬਾਰੇ ਉਹਨੇ ਬਹੁਤ ਲੰਬੀ ਚੌੜੀ ਗੱਲ ਕੀਤੀ ਆ, ਕਈ ਚੈਪਟਰਸ ਦੇ ਵਿੱਚ ਕਥਾਨਕ ਬਾਰੇ ਜਿਹੜੀ ਗੱਲ ਹੈ ਫੈਲੀ ਹੋਈ ਆ, ਇਸ ਕਰਕੇ ਕਥਾਨਕ ਬਾਰੇ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਨੇ ਕਰਨ ਨੂੰ। ਤਾਂ ਜਿਹੜੀ ਅਸੀਂ ਪਹਿਲਾਂ ਡੈਫੀਨੇਸ਼ਨ ਵੀ ਕੀਤੀ ਸੀ ਉਹਦੇ 'ਚ ਵੀ ਅਰਸਤੂ ਇਹ ਕਹਿੰਦਾ ਹੈ ਕਿ ਇਹ ਇੱਕ ਸੰਪੂਰਨ ਕਾਰਜ ਹੁੰਦਾ ਤਰਾਸਦੀ ਦੇ ਵਿੱਚ। ਹੁਣ ਸੰਪੂਰਨ ਕਾਰਜ ਤੋਂ ਕੀ ਭਾਵ ਹੈ? ਇਹ ਇੱਕ ਕਥਾਨਕ ਦਾ ਜ਼ਰੂਰੀ ਜਿਹੜਾ ਐਲੀਮੈਂਟ ਹੈ ਕਿ ਉਹਦੇ 'ਚ ਸੰਪੂਰਨਤਾ ਹੋਣੀ ਚਾਹੀਦੀ ਹੈ। ਸੰਪੂਰਨਤਾ ਤੋਂ ਭਾਵ ਹੈ ਕਿ ਉਹਦਾ ਇੱਕ ਆਦ, ਇੱਕ ਮੱਧ ਤੇ ਇੱਕ ਅੰਤ ਹੋਣਾ ਚਾਹੀਦਾ ਹੈ। ਇੱਕ ਕੜੀ ਦੇ ਵਿੱਚੋਂ ਦੂਸਰੀ ਕੜੀ ਨਿਕਲਦੀ ਹੋਵੇ, ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਕਿ ਤੁਹਾਨੂੰ ਆਦ ਤੋਂ ਬਾਅਦ ਅੱਗੇ ਜਾਣਨ ਦੀ ਉਤਸੁਕਤਾ ਹੋਵੇ, ਚੀਜ਼ਾਂ ਅੱਗੇ ਵਧ ਰਹੀਆਂ ਹੋਣ ਤੇ ਫਿਰ ਤੁਸੀਂ ਲਗਾਤਾਰ ਜਾਣਨਾ ਚਾਹੁੰਦੇ ਹੋਵੋ ਕਿ ਅੱਗੇ ਕੀ ਹੁੰਦਾ ਹੈ, ਤੇ ਅੰਤ ਤੇ ਜਾ ਕੇ ਤੁਹਾਡੀ ਅੱਗੋਂ ਕੁਝ ਜਾਣਨ ਦੀ ਉਤਸੁਕਤਾ ਹੈ ਜਿਹੜੀ ਉਹ ਨਾ ਰਹੇ। ਇਸ ਤਰ੍ਹਾਂ ਚੰਗਾ ਕਥਾਨਕ ਨਾ ਤਾਂ ਬੇਤਰਤੀਬੀ ਨਾਲ ਸ਼ੁਰੂ ਹੁੰਦਾ ਹੈ ਤੇ ਨਾ ਹੀ ਉਹ ਬੇਤਰਤੀਬਾ ਖਤਮ ਹੁੰਦਾ ਹੈ। ਇਹ ਗੱਲ ਉਹ ਆਪਣੀ ਪੋਇਟਿਕਸ 'ਚ ਲਿਖਦਾ ਹੈ ਕਿ ਇਹਦੇ ਵਿੱਚ ਕੁਝ ਵੀ ਬੇਤਰਤੀਬਾ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਸੰਪੂਰਨਤਾ ਜ਼ਰੂਰ ਹੋਣੀ ਚਾਹੀਦੀ ਹੈ। ਇਹ ਕਾਰਜ ਕਾਰਨ ਸੰਬੰਧਾਂ ਦੇ ਵਿੱਚ ਬੱਝਾ ਹੋਣਾ ਚਾਹੀਦਾ ਹੈ। ਅਗਲੀ ਗੱਲ ਹੈ ਕਿ ਇਹਦਾ ਇੱਕ ਨਿਸ਼ਚਿਤ ਆਕਾਰ ਹੁੰਦਾ, ਕਿਉਂਕਿ ਆਕਾਰ ਦੇ ਸੰਬੰਧ 'ਚ ਹੀ ਫਿਰ ਅੱਗੋਂ ਜਾ ਕੇ ਉਹ ਐਪਿਕ ਨਾਲੋਂ, ਮਹਾਂਕਾਵ ਨਾਲੋਂ ਤਰਾਸਦੀ ਦਾ ਨਿਖੇੜਾ ਵੀ ਕਰਦਾ ਹੈ। ਜਦੋਂ ਅਸੀਂ ਇਹ ਗੱਲ ਕਰਾਂਗੇ ਕਿ ਐਪਿਕ ਤੇ ਤਰਾਸਦੀ 'ਚ ਅਰਸਤੂ ਦੇ ਅਨੁਸਾਰ ਕਿਹੜੀਆਂ-ਕਿਹੜੀਆਂ ਵੱਖਰਤਾਵਾਂ ਹੁੰਦੀਆਂ ਨੇ, ਉਦੋਂ ਇਹਦੇ ਬਾਰੇ ਅਸੀਂ ਡਿਟੇਲ 'ਚ ਵੀ ਗੱਲ ਕਰਾਂਗੇ। ਤਾਂ ਇੱਕ ਆਦਰਸ਼ ਮਾਪ ਦੀ ਉਹ ਗੱਲ ਕਰਦਾ ਹੈ, ਕਿਉਂਕਿ ਅਸੀਂ ਅਰਸਤੂ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਰਸਤੂ ਬੇਸਿਕਲੀ ਇੱਕ ਦਾਰਸ਼ਨਿਕ ਹੈ ਤੇ ਉਹ ਸਾਹਿਤ ਨੂੰ ਵੀ ਇੱਕ ਦਾਰਸ਼ਨਿਕ ਦੀ, ਇੱਕ ਭੌਤਿਕਵਾਦੀ ਦਾਰਸ਼ਨਿਕ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਤਾਂ ਅਰਸਤੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਹਿਤ ਦਾ ਦਾਰਸ਼ਨਿਕ ਵਿਆਖਿਆਕਾਰ ਹੈ। ਤਾਂ ਉਹ ਜਦੋਂ ਤਰਾਸਦੀ ਦੇ ਆਕਾਰ ਬਾਰੇ ਗੱਲ ਕਰਦਾ ਹੈ ਤਾਂ ਉਹ ਇਹ ਕਹਿੰਦਾ ਹੈ ਕਿ ਉਸ ਤੋਂ ਪਹਿਲਾਂ ਉਹ ਇੱਕ ਵੈਸੇ ਸਿੰਪਲ ਭੌਤਿਕ ਆਕਾਰ ਬਾਰੇ ਗੱਲ ਕਰਦਾ। ਉਹ ਕਹਿੰਦਾ ਵੀ ਕਿਹੜਾ ਆਕਾਰ ਹੈ, ਕਿਹੜਾ ਭੌਤਿਕ ਆਕਾਰ ਹੈ ਜਿਹੜਾ ਸਾਡੇ ਲਈ ਆਈਡੀਅਲ ਹੋ ਸਕਦਾ, ਤੇ ਉਹ ਕਹਿੰਦਾ ਵੀ ਇਹ ਉਹ ਆਕਾਰ ਹੋ ਸਕਦਾ ਜਿਹਨੂੰ ਅਸੀਂ ਇੱਕ ਵਿਊ 'ਚ ਦੇਖ ਸਕੀਏ। ਮਸਲਨ ਕੋਈ ਐਸੀ ਸ਼ੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਜਿਹੜੀ ਬਹੁਤ ਵੱਡੀ ਹੈ, ਤੁਸੀਂ ਕਦੇ ਉਹਦਾ ਅਗਲਾ ਪਾਸਾ ਦੇਖੋਗੇ, ਕਦੇ ਉਹਦਾ ਪਿਛਲਾ ਪਾਸਾ ਦੇਖੋਗੇ, ਜਾਂ ਤੁਹਾਨੂੰ ਕੁਝ ਟਰੈਵਲ ਕਰਨਾ ਪਊਗਾ ਉਹਨੂੰ ਪੂਰੀ ਚੀਜ਼ ਨੂੰ ਦੇਖਣ ਲਈ, ਤਾਂ ਉਹ ਚੀਜ਼ ਇੰਨੀ ਖੂਬਸੂਰਤ ਤੁਹਾਨੂੰ ਨਹੀਂ ਲੱਗੂਗੀ। ਤਾਂ ਉਹ ਕਹਿੰਦਾ ਵੀ ਆਈਡੀਅਲ ਆਕਾਰ ਉਹ ਆਕਾਰ ਹੁੰਦਾ ਜਿਹੜਾ ਤੁਸੀਂ ਇੱਕ ਵਿਊ 'ਚ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ। ਇਸ ਤੋਂ ਬਾਅਦ ਫਿਰ ਉਹ ਤਰਾਸਦੀ ਦੇ ਆਕਾਰ ਬਾਰੇ ਗੱਲ ਕਰਦਾ। ਤਾਂ ਇਹਦੇ ਬਾਰੇ ਉਹ ਕਹਿੰਦਾ ਵੀ ਇੱਕ ਤਰਾਸਦੀ ਦੀ ਜਿਹੜੀ ਲੰਬਾਈ ਹੈ ਉਹ ਬਹੁਤ ਲੰਬੀ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਬਹੁਤ ਛੋਟੀ ਹੋਣੀ ਚਾਹੀਦੀ ਆ, ਪਰ ਉਹ ਇੱਕ ਵਾਰ 'ਚ ਪੂਰੀ ਦੀ ਪੂਰੀ ਤੁਹਾਡੀ ਮੈਮਰੀ ਦੀ ਪਕੜ 'ਚ ਆ ਸਕਦੀ ਹੋਵੇ। ਜਿਹੜਾ ਆਕਾਰ ਦੇ ਸੰਬੰਧ 'ਚ ਉਹ ਇੱਕ ਵਿਊ ਦੀ ਗੱਲ ਕਰਦਾ ਤੇ ਤਰਾਸਦੀ ਦੇ ਆਕਾਰ ਦੀ ਸੰਬੰਧ 'ਚ ਉਹ ਇੱਕ ਮੈਮਰੀ ਦੀ ਪਕੜ ਦੀ ਗੱਲ ਕਰਦਾ ਕਿ ਉਹ ਇੰਨੀ, ਜਿਵੇਂ ਐਪਿਕ ਇੰਨਾ ਬਿਖਰਿਆ ਹੋਇਆ ਹੋ ਸਕਦਾ, ਮਹਾਂਕਾਵ ਦੇ ਵਿੱਚ ਇੰਨੀਆਂ ਸਮਾਂਤਰ ਪਲਾਟਸ ਹੋ ਸਕਦੇ ਆ, ਸਮਾਂਤਰ ਕਥਾਵਾਂ ਚੱਲਦੀਆਂ ਹੋ ਸਕਦੀਆਂ ਕਿ ਉਹ ਹੋ ਸਕਦਾ ਹੈ ਕਿ ਇੱਕੋ ਵਾਰ ਤੁਹਾਡੀ ਮੈਮਰੀ ਦੀ ਪਕੜ 'ਚ ਸਾਰੀਆਂ ਚੀਜ਼ਾਂ ਨਾ ਆਉਣ। ਪਰ ਤਰਾਸਦੀ ਕਿਉਂਕਿ ਇੱਕ ਸਿੰਗੂਲਰ ਕਥਾਨਕ ਹੁੰਦਾ, ਉਹਦਾ ਇੱਕ ਸਿੰਗੂਲਰ ਸਟੋਰੀ ਲਾਈਨ ਹੁੰਦੀ ਆ, ਇਸ ਕਰਕੇ ਉਹਦੀ ਲੈਂਥ ਇੰਨੀ ਹੋਣੀ ਚਾਹੀਦੀ ਆ ਕਿ ਉਹ ਤੁਹਾਡੀ ਮੈਮਰੀ ਦੀ ਪਕੜ 'ਚ ਪੂਰੀ ਦੀ ਪੂਰੀ ਕਹਾਣੀ ਜਦੋਂ ਤੁਸੀਂ ਉਹਦੇ ਅੰਤ 'ਚ ਪਹੁੰਚੋ ਤਾਂ ਪੂਰੀ ਇੱਕੋ ਵਾਰ 'ਚ ਤੁਹਾਨੂੰ ਸ਼ੁਰੂ ਤੋਂ ਐਂਡ ਤੱਕ ਉਹ ਯਾਦ 'ਚ ਤੁਹਾਡੀ 'ਚ ਪਈ ਹੋਵੇ। ਤੇ ਜੇ ਉਹ ਤੁਹਾਡੀ ਯਾਦ 'ਚ ਪਈ ਹੋਊਗੀ ਤਾਂ ਫੇਰ ਹੀ ਤੁਸੀਂ ਉਹਦੇ ਤੋਂ ਜਿਹੜਾ ਪਿਟੀ ਤੇ ਫੀਅਰ ਦੇ ਜਿਹੜੇ ਭਾਵ ਨੇ ਪੈਦਾ ਹੋਣਗੇ, ਫੇਰ ਹੀ ਅਸੀਂ ਵਿਰੇਚਨ ਤੱਕ ਪਹੁੰਚ ਪਾਵਾਂਗੇ ਤੇ ਤਰਾਸਦੀ ਆਪਣਾ ਕਾਰਜ ਕਰ ਸਕੂਗੀ। ਸੋ ਇਸ ਕਰਕੇ ਕਥਾਨਕ ਹੈ ਜਿਹੜਾ ਉਹ ਬਹੁਤ ਜ਼ਿਆਦਾ ਲੰਬਾ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਉਹ ਕਹਿੰਦਾ ਵੀ ਇੰਨੀ ਕੁ ਲੰਬਾਈ ਜ਼ਰੂਰ ਹੋਣੀ ਚਾਹੀਦੀ ਆ ਕਿ ਜਿਹੜੀ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਹਾਂ, ਜਿਹੜਾ ਬਦਲ ਵਾਪਰਨਾ ਹੈ
ਚੰਗੀ ਕਿਸਮਤ ਤੋਂ ਹੀਰੋ ਨਾਲ ਕੁਝ ਟ੍ਰੈਜੇਡੀ ਵਾਪਰਨੀ ਆ, ਉਹਨੇ ਮਾੜੀ ਕਿਸਮਤ ਤੱਕ ਜਾਣਾ ਹੈ, ਜਿਹੜਾ ਉਹ ਬਦਲ ਵਾਪਰਨਾ ਹੈ ਜਾਂ ਮਾੜੇ ਤੋਂ ਚੰਗੇ ਵੱਲ ਚੀਜ਼ਾਂ ਨੇ ਜਾਣਾ ਹੈ, ਉਹ ਵਾਪਰ ਸਕਦੀਆਂ ਹੋਣ, ਜਾਂ ਜਿਹੜੀ ਪਛਾਣ ਵਾਪਰਨੀ ਆ, ਜਿਹੜੀਆਂ ਚੀਜ਼ਾਂ ਕੋਈ ਐਵੇਂ ਦੀਆਂ ਵਿੱਚ ਪਈਆਂ ਨੇ ਜਿਹਦੇ ਬਾਰੇ ਪਤਾ ਨਹੀਂ ਹੈ ਹੀਰੋ ਨੂੰ, ਜਿਹੜੀਆਂ ਐਂਡ ਤੇ ਖੁੱਲਣੀਆਂ ਨੇ, ਸਾਡੇ ਦਰਸ਼ਕ ਸਾਹਮਣੇ ਵੀ ਐਂਡ ਤੇ ਖੁੱਲਣੀਆਂ ਨੇ, ਉਹ ਖੁੱਲ ਸਕਦੀਆਂ ਹੋਣ। ਯਾਨੀ ਸਮੱਸਿਆ ਪੈਦਾ ਕੀਤੀ ਜਾ ਸਕਦੀ ਹੋਵੇ ਤੇ ਸਮੱਸਿਆ ਜਿਹੜੀ ਖੋਲੀ ਜਾ ਸਕਦੀ ਹੋਵੇ, ਇੰਨੀ ਕੁ ਜਿਹੜੀ ਲੰਬਾਈ ਆ ਉਹ ਜ਼ਰੂਰ ਤਰਾਸਦੀ ਦੀ ਹੋਣੀ ਚਾਹੀਦੀ ਹੈ। ਨਾ ਇਹ ਬਹੁਤ ਲੰਬੀ ਹੋਣੀ ਚਾਹੀਦੀ ਆ ਤੇ ਨਾ ਹੀ ਇਹ ਬਹੁਤ ਛੋਟੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹਦੇ ਲਈ ਜਿਹੜੀ ਅਗਲੀ ਚੀਜ਼ ਆ ਉਹ ਹੈ ਯੂਨਿਟੀ, ਕਿ ਜਿਹੜੀ ਕਾਰਜ ਦੀ ਏਕਤਾ ਹੈ ਤਰਾਸਦੀ ਦੇ ਵਿੱਚ, ਉਹ ਬਹੁਤ ਇੰਪੋਰਟੈਂਟ ਹੈ। ਇੱਥੇ ਉਹ ਸਪੈਸ਼ਲ ਕਹਿੰਦਾ ਵੀ ਮੈਂ ਇੱਥੇ ਫੇਰ ਕਾਰਜ ਦੀ ਏਕਤਾ ਦੀ ਗੱਲ ਕਰ ਰਿਹਾ, ਪਾਤਰ ਦੀ ਏਕਤਾ ਦੀ ਨਹੀਂ ਗੱਲ ਕਰ ਰਿਹਾ, ਕਿ ਕਾਰਜ ਦੀ ਏਕਤਾ ਬਣੀ ਰਹਿਣੀ ਚਾਹੀਦੀ ਹੈ। ਤਾਂ ਕਾਰਜ ਦੀ ਏਕਤਾ ਤੋਂ ਭਾਵ ਤੁਸੀਂ ਸਾਰੇ ਜਾਣਦੇ ਹੋ, ਅਸੀਂ ਅੱਜ ਤੱਕ ਵੀ ਇਹ ਪੜ੍ਹਦੇ ਆ ਪੁਆਇੰਟ। ਕਾਰਜ ਦੀ ਏਕਤਾ ਤੋਂ ਭਾਵ ਹੈ ਕਿ ਘਟਨਾਵਾਂ ਇੱਕ ਕੜੀ ਦੇ ਵਿੱਚ ਪਰੋਈਆਂ ਹੋਣੀਆਂ ਚਾਹੀਦੀਆਂ ਨੇ, ਉਹਦੇ ਵਿੱਚੋਂ ਕੋਈ ਵੀ ਇੱਕ ਘਟਨਾ ਕੱਢ ਦੋ ਤਾਂ ਸਾਰਾ ਢਾਂਚਾ ਜਿਹੜਾ ਹਿੱਲ ਜਾਣਾ ਚਾਹੀਦਾ, ਕੋਈ ਵਾਧੂ ਘਟਨਾ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਨਾਲ ਤਰਾਸਦੀ ਦਾ ਜਿਹੜਾ ਪਲਾਟ ਹੈ ਉਹ ਵਿਉਂਤਿਆ ਜਾਣਾ ਚਾਹੀਦਾ ਹੈ। ਅੱਗੋਂ ਉਹ ਇਸੇ ਪੁਆਇੰਟ ਦੇ ਵਿੱਚ ਹੀ ਨਾਲ ਇਹ ਗੱਲ ਕਰਦਾ ਹੈ ਕਿ ਕਵੀ ਦਾ ਕੰਮ ਘਟਨਾਵਾਂ ਨੂੰ ਸੰਬੰਧਿਤ ਕਰਨਾ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਕਵੀ ਨੇ ਨਹੀਂ ਜੋੜਨੀਆਂ ਘਟਨਾਵਾਂ, ਇੱਕ ਘਟਨਾ ਚੋਂ ਦੂਸਰੀ ਘਟਨਾ ਆਪਣੇ ਆਪ ਇੱਕ ਦਾ ਸਿੱਟਾ ਦੂਸਰੀ ਘਟਨਾ ਹੋਣੀ ਚਾਹੀਦੀ ਹੈ। ਮਤਲਬ ਇਹਦੇ 'ਚ ਕੁਝ ਮੌਕਾ ਮੇਲ ਤੋਂ ਕੰਮ ਨਾ ਲਿਆ ਜਾਵੇ। ਫਿਰ ਉਹ ਕਹਿੰਦਾ ਵੀ ਜਿਹੜੀਆਂ ਇਹ ਘਟਨਾਵਾਂ ਨੇ, ਜਿਹੜੇ ਬਹੁਤ ਇੰਪੋਰਟੈਂਟ ਸ਼ਬਦ ਇੱਥੇ ਉਹ ਵਰਤਦਾ ਹੈ, ਸੰਭਾਵਨਾ ਅਤੇ ਜ਼ਰੂਰਤ ਦੇ ਤਰਕ ਨਾਲ ਆਪਣੇ ਆਪ ਇਹ ਵਾਪਰਨੀਆਂ ਚਾਹੀਦੀਆਂ ਨੇ। ਸੰਭਾਵਨਾ ਅਤੇ ਜ਼ਰੂਰਤ, ਇੱਕ ਤਾਂ ਸਥਿਤੀਆਂ ਦੀ ਜਿਹੜੀ ਜ਼ਰੂਰਤ ਹੋਊਗੀ ਉਸ ਹਿਸਾਬ ਨਾਲ ਕਾਰਜ ਵਾਪਰਨਾ ਚਾਹੀਦਾ। ਦੂਸਰਾ ਹੈ ਸੰਭਾਵਿਤ ਚੀਜ਼ਾਂ ਕੀ ਹੋ ਸਕਦੀਆਂ ਨੇ, ਉਹ ਸਾਰੀਆਂ ਸੰਭਾਵਨਾਵਾਂ ਚਾਹੇ ਉਹ ਰਿਐਲਿਟੀ 'ਚ ਨਾ ਵਾਪਰੀਆਂ ਹੋਣ ਪਰ ਉਹਨਾਂ ਦੀ ਸੰਭਾਵਨਾ ਬਣਦੀ ਹੋਵੇ, ਉਹ ਜਿਹੜੀ ਬੈਸਟ ਪੋਸੀਬਿਲਿਟੀ ਆ, ਉਹ ਜਿਹੜੀ ਬੈਸਟ ਸੰਭਾਵਨਾ ਹੈ, ਉਹਨੂੰ ਵਿਉਂਤਣਾ ਕਵੀ ਨੂੰ ਆਉਣਾ ਚਾਹੀਦਾ, ਜਾਂ ਉਹ ਘਟਨਾਵਾਂ ਬੈਸਟ ਸੰਭਾਵਿਤ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਨੀਆਂ ਚਾਹੀਦੀਆਂ ਨੇ। ਤੇ ਇਹਦੇ ਨਾਲ ਹੀ ਉਹ ਇੱਥੇ ਸਧਾਰਨੀਕਰਨ ਦੀ ਵੀ ਗੱਲ ਕਰਦਾ, ਜਿਹਦੇ ਬਾਰੇ ਅਸੀਂ ਵੱਖਰੇ ਤੌਰ ਤੇ ਵੀ ਗੱਲ ਕਰਾਂਗੇ ਕਿ ਕਿਵੇਂ ਉਹ ਸਾਰੀਆਂ ਘਟਨਾਵਾਂ ਸਰਬ ਸਧਾਰਨ ਲੱਗਣੀਆਂ ਚਾਹੀਦੀਆਂ ਨੇ, ਕਿ ਉਹ ਇਸ ਤਰ੍ਹਾਂ ਦੀਆਂ ਲੱਗਣੀਆਂ ਚਾਹੀਦੀਆਂ ਨੇ ਕਿ ਅਸੀਂ ਉਹਦੇ ਵਿੱਚੋਂ ਜਿਹੜਾ ਵਿਸ਼ੇਸ਼ ਪਾਰਟਿਕੂਲਰ ਚੀਜ਼ ਕੱਢ ਕੇ ਸਾਰੀ ਆਡੀਅנס ਨੂੰ ਉਹ ਆਪਣਾ ਲੱਗ ਸਕੇ, ਸਾਰੀ ਆਡੀਅנס ਉਹਨੂੰ ਇੰਜੋਏ ਕਰ ਸਕੇ, ਸਾਰੀ ਆਡੀਅנס ਉਹਦੇ ਤੋਂ ਉਹ ਜਿਹੇ ਭਾਵ ਗ੍ਰਹਿਣ ਕਰ ਸਕੇ। ਤਾਂ ਅੱਗੋਂ ਅਸੀਂ ਪਲਾਟ ਬਾਰੇ ਹੀ ਜਦੋਂ ਹੋਰ ਗੱਲਾਂ ਕਰਦੇ ਆ ਤਾਂ ਇੱਕ ਗੱਲ ਅਰਸਤੂ ਕਰਦਾ ਹੈ ਕਿ ਜਿਹੜਾ ਐਪੀਸੋਡਿਕ ਪਲਾਟ ਹੈ ਉਹ ਕਹਿੰਦਾ ਕਿ ਮੈਨੂੰ ਸਭ ਤੋਂ ਬੁਰਾ ਹੈ ਮੇਰੇ ਅਨੁਸਾਰ। ਤਾਂ ਉਹ ਨਾਲ ਹੀ ਕਲੀਅਰ ਕਰਦਾ ਹੈ ਕਿ ਐਪੀਸੋਡਿਕ ਜਿਹੜਾ ਐਪੀਸੋਡਸ ਤੋਂ ਮਤਲਬ ਸਾਨੂੰ ਪਤਾ ਹੈ ਕਿ ਜਿਹੜਾ ਅੰਕਾਂ ਦੇ ਵਿੱਚ ਵੰਡਿਆ ਹੋਇਆ ਹੈ ਨਾ। ਤਾਂ ਉਹ ਕਹਿੰਦਾ ਪਰ ਮੈਂ ਇੱਥੇ ਉਸ ਐਪੀਸੋਡਿਕ ਪਲਾਟ ਦੀ ਗੱਲ ਕਰ ਰਿਹਾ, ਉਸ ਅੰਕਾਂ 'ਚ ਵੰਡੇ ਹੋਏ ਪਲਾਟ ਦੀ ਗੱਲ ਕਰ ਰਿਹਾ ਜਿਹਦੇ ਅੰਕ ਆਪ ਮੁਹਾਰੇ ਇੱਕ ਦੂਜੇ 'ਚੋਂ ਪੈਦਾ ਨਹੀਂ ਹੁੰਦੇ। ਜਿਹੜੀਆਂ ਘਟਨਾਵਾਂ ਦੀ ਲੜੀ ਅਸਲ 'ਚ ਟੁੱਟਦੀ ਹੁੰਦੀ ਆ, ਉਹਦੇ ਵਿੱਚ ਕਹਿੰਦਾ ਵੀ ਉਹ ਹਰ ਅਗਲਾ ਅੰਕ ਬਿਨਾਂ ਕਿਸੇ ਸੰਭਾਵਿਤ ਅਤੇ ਜ਼ਰੂਰੀ ਤਰਤੀਬ ਦੇ ਆਉਂਦਾ ਹੈ। ਇਸ ਤਰ੍ਹਾਂ ਦੀ ਟ੍ਰੈਜੇਡੀ ਮੈਨੂੰ ਪਸੰਦ ਨਹੀਂ ਹੈ, ਅਰਸਤੂ ਇਹ ਗੱਲ ਕਰਦਾ। ਅੱਗੇ ਉਹ ਕਹਿੰਦਾ ਵੀ ਤਰਾਸਦੀ ਦਾ ਕੰਮ ਸਿਰਫ ਸੰਪੂਰਨ ਕਾਰਜ ਦੀ ਪੇਸ਼ਕਾਰੀ ਹੀ ਨਹੀਂ, ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਸਗੋਂ ਨਾਲ ਹੀ ਕਰੁਣਾ ਤੇ ਡਰ ਵਰਗੇ ਭਾਵ ਪੈਦਾ ਕਰਨੇ ਵੀ ਹੁੰਦੇ ਨੇ। ਤੇ ਉਹ ਉਦੋਂ ਹੀ ਪੈਦਾ ਹੋਣਗੇ ਜਦੋਂ ਘਟਨਾਵਾਂ ਬਹੁਤ ਬਿਹਤਰ ਤਰੀਕੇ ਨਾਲ ਡਿਜ਼ਾਈਨ ਕੀਤੀਆਂ ਹੋਣਗੀਆਂ, ਜਦੋਂ ਪਲਾਟ ਬਹੁਤ ਬਿਹਤਰ ਤਰੀਕੇ ਨਾਲ ਗੁੰਦਿਆ ਹੋਇਆ ਹੋਊਗਾ। ਫੇਰ ਹੀ ਜਿਹੜਾ ਸਰੋਤਾ ਹੈ, ਜਿਹੜਾ ਦਰਸ਼ਕ ਹੈ, ਉਹਨੂੰ ਹੈਰਾਨੀ ਦੇ ਭਾਵ ਪੈਦਾ ਹੋਣਗੇ। ਜਿਹੜਾ ਕੋਇਨਸੀਡੈਂਸ ਹੈ ਉਹ ਵੀ ਉਹਨੂੰ ਐਂ ਲੱਗੂਗਾ ਕਿ ਇਹ ਕੀ ਵਾਪਰ ਗਿਆ, ਤੇ ਫੇਰ ਹੀ ਉਹ ਵਿਰੇਚਨ ਤੱਕ ਪਹੁੰਚ ਸਕੂਗਾ। ਕਿਉਂਕਿ ਉਹਦੇ ਲਈ ਅਲਟੀਮੇਟਲੀ ਅਰਸਤੂ ਜਦੋਂ ਵੀ ਕਿਸੇ ਵੀ ਚੀਜ਼ ਬਾਰੇ ਗੱਲ ਕਰਦਾ ਹੈ ਤਾਂ ਅਲਟੀਮੇਟਲੀ
ਜਿਹੜਾ ਡਰ ਦਾ ਭਾਵ, ਕਰੁਣਾ ਦਾ ਭਾਵ ਪੈਦਾ ਹੋਣਾ, ਜਿਹੜਾ ਵਿਰੇਚਨ ਹੋਣਾ ਉਹ ਜ਼ਰੂਰੀ ਮੰਨਦਾ ਹੈ। ਤੇ ਉਹਦੇ ਲਈ ਹਰ ਉਹ ਚੀਜ਼ ਜਿਹੜੀ ਵੀ ਇਹਦੇ ਐਲੀਮੈਂਟਸ ਦੇ ਵਿੱਚ ਸ਼ਾਮਿਲ ਆ ਉਹਨੇ ਸਾਨੂੰ ਉੱਥੋਂ ਤੱਕ ਲੈ ਕੇ ਜਾਣਾ। ਅੱਗੇ ਉਹ ਕਥਾਨਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦਾ ਹੈ ਕਿ ਕਥਾਨਕ ਦੋ ਤਰ੍ਹਾਂ ਦਾ ਹੋ ਸਕਦਾ ਹੈ। ਇੱਕ ਹੈ ਸਿੰਪਲ, ਦੂਸਰਾ ਹੈ ਕੰਪਲੈਕਸ, ਸਰਲ ਤੇ ਗੁੰਝਲਦਾਰ। ਜੇ ਅਸੀਂ ਬਹੁਤ ਇਹਨੂੰ ਪੰਜਾਬੀ 'ਚ ਇਹਦਾ ਤਰਜਮਾ ਕਰਨਾ ਹੋਵੇ ਤਾਂ ਉਹ ਕਹਿੰਦਾ ਵੀ ਜਿਹੜਾ ਸਿੰਪਲ ਪਲਾਟ ਹੈ ਉਹਦੇ ਲਈ ਆਈਡੀਅਲ ਪਲਾਟ ਨਹੀਂ ਹੈ। ਸਿੰਪਲ ਪਲਾਟ ਦੇ ਵਿੱਚ ਉਹ ਕਹਿੰਦਾ ਹੈ ਕਿ ਕਿਸਮਤ ਤਾਂ ਬਦਲਦੀ ਹੈ ਹੀਰੋ ਦੀ, ਚੰਗੇ ਤੋਂ ਬੁਰੇ ਵੱਲ ਜਾਂ ਬੁਰੇ ਤੋਂ ਚੰਗੇ ਵੱਲ, ਪਰ ਸਥਿਤੀਆਂ 'ਚ ਕੋਈ ਬਹੁਤਾ ਅੰਤਰ ਨਹੀਂ ਆਉਂਦਾ। ਤੇ ਜਿਹੜਾ ਕੰਪਲੈਕਸ ਹੈ, ਕੰਪਲੈਕਸ ਪਲਾਟ ਦੇ ਵਿੱਚ ਉਹ ਕਹਿੰਦਾ ਵੀ ਜਿੱਥੇ ਕਿਸਮਤ ਵੀ ਬਦਲਦੀ ਆ, ਸਥਿਤੀਆਂ ਦੀ ਰਿਵਰਸਲ ਹੁੰਦੀ ਆ, ਰਿਕੋਗਨੀਸ਼ਨ ਹੁੰਦੀ ਆ, ਦੋਨਾਂ 'ਚੋਂ ਇੱਕ ਚੀਜ਼ ਤਾਂ ਜ਼ਰੂਰ ਹੁੰਦੀ ਆ ਤੇ ਦੋਨੇ ਇਕੱਠੀਆਂ ਵੀ ਹੋ ਸਕਦੀਆਂ ਨੇ। ਮੈਨੂੰ ਪਤਾ ਹੈ ਕਿ ਆਪਾਂ ਹਾਲੇ ਰਿਕੋਗਨੀਸ਼ਨ ਬਾਰੇ ਤੇ ਰਿਵਰਸਲ ਬਾਰੇ, ਇਹ ਬਹੁਤ ਇੰਪੋਰਟੈਂਟ ਕਨਸੈਪਟਸ ਨੇ ਪਲਾਟ ਬਾਰੇ ਜਦੋਂ ਗੱਲ ਕਰਦਾ ਅਰਸਤੂ, ਇਹਦੇ ਬਾਰੇ ਗੱਲ ਕਰਨੀ ਆ। ਤਾਂ ਹੁਣ ਅਸੀਂ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਰਿਵਰਸਲ ਆਫ ਦਾ ਸਿਚੁਏਸ਼ਨ ਤੋਂ ਕੀ ਭਾਵ ਹੈ। ਰਿਵਰਸਲ ਮਤਲਬ ਚੀਜ਼ਾਂ ਉਲਟ ਜਾਂਦੀਆਂ ਨੇ, ਰਿਵਰਸ ਹੋ ਜਾਂਦੀਆਂ ਨੇ, ਹਨਾ, ਚੰਗੇ ਤੋਂ ਮਾੜੇ ਵੱਲ ਜਾਂ ਫਿਰ ਮਾੜੇ ਤੋਂ ਚੰਗੇ ਵੱਲ। ਤਾਂ ਉਹ ਕਹਿੰਦਾ ਵੀ ਕੰਪਲੈਕਸ ਪਲਾਟ ਦੇ ਵਿੱਚ ਜਿਹੜੀ ਸਥਿਤੀਆਂ ਦਾ ਉਲਟ ਫੇਰ ਹੁੰਦਾ ਹੈ, ਤਾਂ ਸਥਿਤੀਆਂ ਘੁੰਮ ਜਾਂਦੀਆਂ ਨੇ। ਜਿਵੇਂ ਇਹਦੇ ਲਈ ਉਹ ਈਡੀਪਸ ਦੀ ਐਗਜ਼ਾਮਪਲ ਦਿੰਦਾ ਕਿ ਈਡੀਪਸ ਦੇ ਵਿੱਚ ਤੁਸੀਂ ਸਾਰਿਆਂ ਨੇ ਇਹ ਈਡੀਪਸ ਵਾਲੀ ਤੁਹਾਨੂੰ ਕਥਾ ਸਾਰਿਆਂ ਨੂੰ ਪਤਾ ਹੋਣੀ ਹੈ। ਜੇ ਨਹੀਂ ਪਤਾ ਤਾਂ ਮੈਂ ਤੁਹਾਨੂੰ ਬਹੁਤ ਸ਼ਾਰਟ 'ਚ ਦੱਸ ਦਿੰਨੀ ਆ ਕਿ ਈਡੀਪਸ ਦਾ ਜਦੋਂ ਬਰਥ ਹੁੰਦਾ ਹੈ, ਈਡੀਪਸ ਰੈਕਸ ਜੋ ਹੈ ਤਰਾਸਦੀ, ਉਹਦਾ ਜਦੋਂ ਬਰਥ ਹੁੰਦਾ ਹੈ ਤਾਂ ਇੱਕ ਭਵਿੱਖਬਾਣੀ ਹੁੰਦੀ ਆ ਕਿ ਇਹ ਵੱਡਾ ਹੋ ਕੇ ਆਪਣੇ ਪਿਤਾ ਦਾ ਕਤਲ ਕਰੇਗਾ ਤੇ ਆਪਣੀ ਮਾਂ ਨਾਲ ਵਿਆਹ ਕਰਾਏਗਾ। ਤਾਂ ਇਸ ਕਰਕੇ ਉਹਨੂੰ ਉਹਦੇ ਜਿਹੜਾ ਉਹਦਾ ਫਾਦਰ ਹੈ, ਕਿੰਗ ਦਾ ਬੇਟਾ, ਉਹ ਉਹਨੂੰ ਮਾਰਨ ਦੇ ਹੁਕਮ ਦਿੰਦਾ, ਪਰ ਉਹ ਚਲੋ ਐਨੀਵੇਜ਼ ਮਾਰਿਆ ਨਹੀਂ ਜਾਂਦਾ। ਜਿਵੇਂ ਸਾਡੇ ਪੂਰਨ ਭਗਤ ਵਗੈਰਾ ਵਾਲੇ ਕਿੱਸੇ 'ਚ ਆ ਕੇ ਉਹ ਮਾਰਨ ਲਈ ਭੇਜਦੇ ਨੇ ਪਰ ਉਹ ਮਰਦਾ ਨਹੀਂ ਹੈ, ਤਾਂ ਉਹ ਕੋਈ ਗਡਰੀਆ ਹੈ, ਉਹ ਕਿਸੇ ਬੰਦੇ ਨੂੰ ਦੇ ਦਿੰਦਾ ਉਹਨੂੰ, ਉਹ ਜਾ ਕੇ ਕਿਤੇ ਹੋਰ ਪਲਦਾ ਹੈ। ਤੇ ਜਦੋਂ ਉਹ ਵੱਡਾ ਹੁੰਦਾ ਤਾਂ ਉਹਨੂੰ ਪਤਾ ਲੱਗਦਾ ਈਡੀਪਸ ਨੂੰ ਕਿ ਮੇਰੇ ਬਾਰੇ ਇਸ ਕਿਸਮ ਦੀ ਭਵਿੱਖਬਾਣੀ ਹੈ, ਪਰ ਉਹਨੂੰ ਪੂਰੀ ਗੱਲ ਨਹੀਂ ਪਤਾ ਲੱਗਦੀ। ਉਹਨੂੰ ਇਹ ਨਹੀਂ ਪਤਾ ਕਿ ਜਿਹੜੇ ਘਰ 'ਚ ਮੈਂ ਪਲ ਰਿਹਾ ਉਹ ਮੇਰੇ ਅਸਲੀ ਮਾਂ-ਬਾਪ ਨਹੀਂ ਹੈ। ਉਹ ਸੋਚਦਾ ਹੈ ਵੀ ਮੇਰੇ ਹੱਥੋਂ ਆਪਣੇ ਪਿਓ ਦਾ ਕਤਲ ਨਾ ਹੋ ਜੇ, ਇਸ ਕਰਕੇ ਉਹ ਥਾਂ ਛੱਡ ਕੇ ਕਿਤੇ ਹੋਰ ਚਲਾ ਜਾਂਦਾ। ਜਿੱਥੇ ਜਾਂਦਾ ਉੱਥੇ ਜਾ ਕੇ ਉਹ ਆਪਣੇ ਫਾਦਰ ਦਾ ਕਤਲ ਕਰਦਾ, ਆਪਣੀ ਮਦਰ ਨਾਲ ਵਿਆਹ ਕਰਾ ਲੈਂਦਾ ਤੇ ਉਹਨੂੰ ਲੱਗਦਾ ਕਿ ਇਹ ਤਾਂ ਕੋਈ ਹੋਰ ਲੋਕ ਨੇ। ਤਾਂ ਉਹਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਓ ਦਾ ਕਤਲ ਕਰ ਚੁੱਕਿਆ ਤੇ ਮੈਂ ਆਪਣੀ ਮਾਂ ਨਾਲ ਵਿਆਹ ਕਰਵਾ ਚੁੱਕਿਆ। ਇਨ ਦਾ ਮੀਨ ਟਾਈਮ ਇੱਕ ਮੈਸੇਂਜਰ ਆਉਂਦਾ ਉਹਦੇ ਪਿਓ ਦੀ ਮੌਤ ਦਾ ਸੁਨੇਹਾ ਲੈ ਕੇ ਉਹਦੇ ਕੋਲ, ਜਿਹੜਾ ਉਹਦਾ ਪਾਲਣ ਵਾਲਾ ਪਿਓ ਸੀ। ਤਾਂ ਉਹਨੂੰ ਜਦੋਂ ਪਤਾ ਲੱਗਦਾ ਉਹ ਬੜਾ ਖੁਸ਼ ਹੁੰਦਾ ਹੈ ਕਿ ਚਲੋ ਮੇਰੇ ਹੱਥੋਂ ਮੇਰੇ ਪਿਓ ਦਾ ਕਤਲ ਨਹੀਂ ਹੋਇਆ, ਘੱਟੋ ਘੱਟ ਇਹ ਭਵਿੱਖਬਾਣੀ ਸੱਚ ਨਹੀਂ ਹੋਈ। ਪਰ ਜਦੋਂ ਉਹਨੂੰ ਨਾਲ ਉਹ ਮੈਸੇਂਜਰ ਇਹ ਵੀ ਦੱਸਦਾ ਵੀ ਉਹ ਤੇਰਾ ਅਸਲ 'ਚ ਪਿਓ ਨਹੀਂ ਸੀ, ਮੈਂ ਤਾਂ ਤੈਨੂੰ ਫਲਾਣੇ ਗਡਰੀਏ ਤੋਂ ਲੈ ਕੇ ਗਿਆ ਸੀ ਤੇ ਤੇਰਾ ਪਿਓ ਤਾਂ ਕੋਈ ਹੋਰ ਹੈ। ਤੇ ਫਿਰ ਇਹ ਗੱਲ ਵੀ ਕਿਵੇਂ ਨਾ ਕਿਵੇਂ ਖੁੱਲ ਜਾਂਦੀ ਹੈ ਕਿ ਉਹ ਆਪਣੇ ਪਿਓ ਦਾ ਕਤਲ ਕਰ ਚੁੱਕਿਆ ਤੇ ਜਿਹੜੀ ਇਸ ਵੇਲੇ ਉਹਦੀ ਪਤਨੀ ਆ ਉਹਦੀ ਅਸਲ 'ਚ ਮਾਂ ਹੈ ਤੇ ਮਾਂ ਉਦੋਂ ਉੱਥੇ ਫਾਹਾ ਲੈ ਲੈਂਦੀ ਹੈ ਤੇ ਜਿਹੜਾ ਈਡੀਪਸ ਹੈ ਉਹ ਵੀ ਆਪਣੀਆਂ ਅੱਖਾਂ ਬਾਹਰ ਕੱਢ ਲੈਂਦਾ ਦਰਦ ਨਾਲ। ਤਾਂ ਇਸ ਤਰ੍ਹਾਂ ਇਹ ਟ੍ਰੈਜੇਡੀ ਵਾਪਰਦੀ ਹੈ, ਯਾਨੀ ਬਿਲਕੁਲ ਸਥਿਤੀਆਂ ਉਲਟ ਹੋ ਜਾਂਦੀਆਂ ਨੇ। ਤਾਂ ਦਿਸ ਇਜ਼ ਰਿਵਰਸਲ ਆਫ ਦਾ ਸਿਚੁਏਸ਼ਨ। ਇਹਨੂੰ ਉਹ ਈਡੀਪਸ ਨੂੰ ਬਹੁਤ ਆਈਡੀਅਲ ਇੱਕ ਤਰ੍ਹਾਂ ਨਾਲ ਮੰਨਦਾ, ਜਿਹਦੇ 'ਚ ਆਈਡੀਅਲ ਰਿਵਰਸਲ ਵਾਪਰਦਾ, ਚੀਜ਼ਾਂ ਦਾ ਉਲਟ ਫੇਰ ਵਾਪਰਦਾ। ਅੱਗੇ ਹੈ ਰਿਕੋਗਨੀਸ਼ਨ। ਰਿਕੋਗਨੀਸ਼ਨ ਦਾ ਮਤਲਬ ਹੈ ਕਿਸੇ ਚੀਜ਼ ਦੀ ਜਿਹੜੀ ਪਹਿਲਾਂ ਬੇਪਛਾਣੀ ਹੈ ਤੁਹਾਨੂੰ ਪਛਾਣ ਹੋ ਜਾਣਾ, ਅਗਿਆਨ ਤੋਂ ਅਗਿਆਤ ਤੋਂ ਗਿਆਤ ਵੱਲ ਜਾਣਾ। ਉਹ ਚੀਜ਼ ਜਿਹੜੀ ਸਾਨੂੰ ਪਤਾ ਨਹੀਂ ਹੈ ਪਤਾ ਲੱਗ ਜਾਣੀ। ਜਿਵੇਂ ਕਿਸੇ ਨੇ ਕੁਝ ਕੀਤਾ ਸੀ, ਸਾਨੂੰ ਨਹੀਂ ਪਤਾ ਕੌਣ ਕਿਹਦਾ ਕੀ ਲੱਗਦਾ ਸੀ, ਸਾਨੂੰ ਨਹੀਂ ਪਤਾ, ਐਂਡ ਤੇ ਉਹ ਪਤਾ ਲੱਗ ਜਾਣਾ। ਤਾਂ ਉਹ ਕਹਿੰਦਾ ਵੀ ਸਭ ਤੋਂ ਵਧੀਆ ਜਿਹੜੀ ਰੈਕੋਗਨੀਸ਼ਨ ਹੁੰਦੀ ਆ, ਜਿਹੜੀ ਪਛਾਣ ਹੁੰਦੀ ਆ ਪਾਤਰਾਂ ਦੀ, ਉਹ ਰਿਵਰਸਲ ਦੇ ਨਾਲ ਹੁੰਦੀ ਹੈ, ਵੀ ਚੀਜ਼ਾਂ ਬਿਲਕੁਲ ਉਲਟ ਹੋ ਜਾਂਦੀਆਂ। ਜਾਨੀ ਜਿਹੜੀ ਤਰਾਸਦੀ ਦੇ ਵਿੱਚ ਰਿਵਰਸਲ ਤੇ ਰਿਕੋਗਨੀਸ਼ਨ ਦੋਨੇ ਇਕੱਠੇ ਵਾਪਰਦੇ ਨੇ ਉਹ ਬੈਸਟ ਤਰਾਸਦੀ ਹੁੰਦੀ ਆ।
ਤੇ ਉਹ ਕੰਪਲੈਕਸ ਤਰਾਸਦੀ ਹੁੰਦੀ ਆ, ਸਿੰਪਲ ਜਿਹੜੀ ਤਰਾਸਦੀ ਉਹ ਨਹੀਂ ਹੁੰਦੀ, ਜਿਹਨੂੰ ਅਸੀਂ ਸਰਲ ਪਲਾਟ ਕਹਿੰਦੇ ਆ। ਅੱਗੋਂ ਉਹ ਕਹਿੰਦਾ ਵੀ ਜਿਹੜੀ ਇਹ ਰੈਕੋਗਨੀਸ਼ਨ ਹੈ ਇਹਦੇ ਵਿੱਚ ਇਹ 6 ਤਰ੍ਹਾਂ ਨਾਲ ਹੋ ਸਕਦੀ ਹੈ। ਮਤਲਬ ਇਹ ਗਣਾਉਂਦਾ ਹੈ ਕਿ ਕਿਹੜੀਆਂ ਤਰੀਕਿਆਂ ਨਾਲ ਜਿਹੜੀ ਬੇਪਛਾਣੀ ਚੀਜ਼ ਹੈ, ਤੁਹਾਡਾ ਕੋਈ ਕੁਝ ਲੱਗਦਾ ਸੀ, ਤੁਹਾਨੂੰ ਪਤਾ ਨਹੀਂ ਹੈ, ਤਾਂ ਉਹ ਪਛਾਣ ਜਿਹੜੀਆਂ ਚੀਜ਼ਾਂ ਨਾਲ ਹੋ ਸਕਦੀ ਹੈ, ਉਹ ਜਿਹੜੀਆਂ ਚੀਜ਼ਾਂ ਗਣਾਉਂਦਾ ਹੈ। ਉਹ ਕਹਿੰਦਾ ਵੀ ਇੱਕ ਤਾਂ ਕਿਸੇ ਸਾਈਨ ਰਾਹੀਂ, ਸਾਈਨ ਹੈ ਜਿਹੜਾ ਉਹ ਕੋਈ ਬਰਥ ਮਾਰਕ ਵੀ ਹੋ ਸਕਦਾ, ਜਿਵੇਂ ਬਚਪਨ ਤੋਂ ਕਿਸੇ ਦੀ ਬਾਡੀ ਤੇ ਕੋਈ ਨਿਸ਼ਾਨ ਹੁੰਦਾ, ਜਾਂ ਕੋਈ ਤਵੀਤ, ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦਾ ਗਲ 'ਚ ਪਾਉਣ ਵਾਲਾ ਗਹਿਣਾ ਜਾਂ ਕੋਈ ਕੜਾ। ਜਿਵੇਂ ਅਸੀਂ ਸੱਸੀ ਪੁੰਨੂ ਦੇ ਵਿੱਚ ਦੇਖਦੇ ਹਾਂ ਨਾ, ਜਦੋਂ ਅਸੀਂ ਹਾਸ਼ਮ ਦੀ ਸੱਸੀ ਪੜ੍ਹਦੇ ਹਾਂ ਤਾਂ ਹਾਸ਼ਮ ਦਾ ਜਿਹੜਾ ਉਹ ਸੱਸੀ ਦਾ ਫਾਦਰ ਹੈ, ਜਦੋਂ ਇੱਕ ਥਾਂ ਤੇ ਇੱਥੇ ਪਹੁੰਚਦਾ ਕਿੱਸਾ ਕਿ ਉਹਨੂੰ ਕੋਈ ਆ ਕੇ ਦੱਸਦਾ ਵੀ ਇਹ ਤੇਰੇ ਰਾਜ 'ਚ ਇੱਕ ਬਹੁਤ ਖੂਬਸੂਰਤ ਕੁੜੀ ਹੈ, ਤੈਨੂੰ ਉਹਦੇ ਨਾਲ ਵਿਆਹ ਕਰਾਉਣਾ ਚਾਹੀਦਾ, ਤੇ ਉਹ ਲਗਭਗ ਉਹਨੂੰ ਬੁਲਾ ਲੈਂਦਾ ਸੱਸੀ ਨੂੰ। ਤੇ ਜਦੋਂ ਉਹਦਾ ਤਵੀਤ ਦੇਖਦਾ ਤਾਂ ਪਤਾ ਲੱਗਦਾ ਕਿ ਇਹ ਤਾਂ ਮੇਰੀ ਧੀ ਸੀ, ਹਨਾ, ਧੀ ਹੈ। ਤੇ ਫਿਰ ਉਹ ਉਹਨੂੰ ਕਹਿੰਦਾ ਵੀ ਤੂੰ ਮਹਿਲ 'ਚ ਰਹਿ ਜਾ। ਐਨੀਵੇਜ਼ ਉਹ ਜਿਹੜਾ ਤਵੀਤ ਉਹਦੀ ਨਿਸ਼ਾਨੀ ਬਣਦਾ ਹੈ, ਜਿੱਤੋਂ ਉਹਨੂੰ ਪਛਾਣ ਆਉਂਦੀ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਿੱਸੇ ਅਸੀਂ ਸੁਣੇ ਆ। ਭਾਰਤੀ ਫਿਲਮਾਂ ਜਿਹੜੀਆਂ ਪਿਛਲੇ ਦਹਾਕਿਆਂ ਦੀਆਂ ਦੇਖੀਆਂ ਜਾ ਸਕਦੀਆਂ ਨੇ, ਜਿਹਦੇ 'ਚ ਇਸ ਤਰ੍ਹਾਂ ਦੇ ਕੋਈ ਸਾਈਨ ਹੈ, ਜਿਹੜੇ ਉਹ ਚਿੰਨ੍ਹ ਬਣਦੇ ਆ, ਜਿਹਦੇ ਨਾਲ ਕੋਈ ਬੰਦਾ ਲੱਭਿਆ ਗੁੰਮੀ ਹੋਈ ਕੋਈ ਚੀਜ਼, ਅਣਪਛਾਤੀ ਚੀਜ਼ ਮਿਲਦੀ ਹੈ। ਤਾਂ ਇਸ ਤਰ੍ਹਾਂ ਦੇ ਕਿਸੇ ਸਾਈਨ ਰਾਹੀਂ, ਇਹ ਸਾਈਨ ਬਰਥ ਮਾਰਕ ਵੀ ਹੋ ਸਕਦਾ ਤੇ ਦੂਸਰਾ ਵੀ ਹੋ ਸਕਦਾ ਕਿਸੇ ਗਹਿਣੇ ਵਗੈਰਾ ਦੇ ਰੂਪ 'ਚ। ਜਾਂ ਫਿਰ ਦੂਸਰਾ ਤਰੀਕਾ ਹੈ ਕਿ ਯਾਦ ਸ਼ਕਤੀ ਰਾਹੀਂ। ਉਹ ਕਹਿੰਦਾ ਵੀ ਜਿਹੜਾ ਹੀਰੋ ਹੈ ਉਹ ਕਿਸੇ ਇੱਕ ਚੀਜ਼ ਨੂੰ ਦੇਖਦਾ ਤੇ ਉਹਦੇ ਨਾਲ ਮਿਲਦੀ ਜੁਲਦੀ ਉਹਨੂੰ ਕੋਈ ਚੀਜ਼ ਯਾਦ ਆਉਂਦੀ ਹੈ, ਤੇ ਇਸ ਤਰ੍ਹਾਂ ਉਹ ਚੀਜ਼ਾਂ ਨੂੰ ਯਾਦ ਰਾਹੀਂ ਗ੍ਰਹਿਣ ਕਰਦਾ ਤੇ ਉਹਨੂੰ ਕੁਝ ਸਮਝ 'ਚ ਆ ਜਾਂਦਾ। ਤੀਸਰੀ ਜਿਹੜੀ ਚੀਜ਼ ਹੈ, ਤੀਸਰਾ ਜਿਹੜਾ ਤਰੀਕਾ ਹੋ ਸਕਦਾ ਉਹ ਹੈ ਰੀਜ਼ਨਿੰਗ ਰਾਹੀਂ, ਕਿ ਉਹ ਐਵੇਂ ਕੜੀਆਂ ਜੋੜਦਾ ਹੀਰੋ, ਆਪਣਾ ਦਿਮਾਗ ਲਾ ਕੇ ਡਿਡਕਟ ਕਰਦਾ ਘਟਨਾਵਾਂ ਨੂੰ, ਤੇ ਇੱਕ ਤੰਦ 'ਚੋਂ ਦੂਜੀ ਤੰਦ ਜੋੜਦਾ ਉੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਉਹਨੂੰ ਉਸ ਗੱਲ ਦੀ ਪਛਾਣ ਹੋ ਜਾਂਦੀ ਹੈ। ਅਗਲਾ ਤਰੀਕਾ ਹੈ ਫਾਲਸ ਇੰਟਰਫੇਰੈਂਸ ਦਾ, ਜਿਹਦੇ ਵਿੱਚ ਕੋਈ ਮੈਸੇਂਜਰ ਆਉਂਦਾ ਤੇ ਮੈਸੇਂਜਰ ਆ ਕੇ ਫਿਰ ਦੱਸਦਾ ਹੈ, ਆਪਣੇ ਆਪ ਨਹੀਂ, ਯਾਨੀ ਪਤਾ ਲੱਗਦਾ ਹੈ ਹੀਰੋ ਨੂੰ, ਕੋਈ ਬਾਹਰੋਂ ਪਾਤਰ ਦਾ ਪ੍ਰਵੇਸ਼ ਕਰਾਉਣਾ ਪੈਂਦਾ। ਇਹਨੂੰ ਅਰਸਤੂ ਸਭ ਤੋਂ ਜਿਹੜਾ ਮਤਲਬ ਬੈਡ ਤਰੀਕਾ ਮੰਨਦਾ ਹੈਗਾ, ਜਿਹੜਾ ਕਿਸੇ ਮੈਸੇਂਜਰ ਰਾਹੀਂ ਰੈਕੋਗਨੀਸ਼ਨ ਕਰਾਈ ਜਾਂਦੀ ਹੈ। ਇੱਕ ਲਾਸਟ ਤਰੀਕਾ, ਜਿਹੜਾ 6ਵਾਂ ਤਰੀਕਾ ਉਹ ਮੰਨਦਾ, ਉਹ ਹੈਗਾ ਵੀ ਘਟਨਾਵਾਂ ਰਾਹੀਂ ਆਪਣੇ ਆਪ ਚੀਜ਼ਾਂ ਉੱਥੋਂ ਤੱਕ ਪਹੁੰਚ ਜਾਂਦੀਆਂ ਨੇ ਕਿ ਅਗਿਆਤ ਤੋਂ ਗਿਆਤ ਤੇ ਅਸੀਂ ਪਹੁੰਚ ਜਾਂਦੇ ਆ। ਤਾਂ ਉਹ ਅਰਸਤੂ ਨੂੰ ਲੱਗਦਾ ਹੈ ਕਿ ਇਹ ਬੈਸਟ ਤਰੀਕਾ ਹੈ ਰੈਕੋਗਨੀਸ਼ਨ ਦਾ। ਜੇ ਤਰਾਸਦੀ ਦੇ ਵਿੱਚ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਹੁੰਦੀ ਆ ਤਾਂ ਉਹ ਈਡੀਪਸ ਰੈਕਸ ਨੂੰ ਵੀ ਇਸੇ ਕਿਸਮ ਦੀ ਪਛਾਣ ਦੇ ਵਿੱਚ ਰੱਖਦਾ। ਫਿਰ ਉਹ ਕਹਿੰਦਾ ਵੀ ਰੈਕੋਗਨੀਸ਼ਨ ਤੋਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਹੈਰਾਨੀ ਪੈਦਾ ਹੁੰਦੀ ਹੈ। ਹੈਰਾਨੀ ਦੇ ਨਾਲ ਨਾਲ ਉਹ ਜਿਹੜੀ ਨਾਇਕ ਦੀ ਪੀੜਾ ਮਹਿਸੂਸ ਕਰਦੇ ਨੇ, ਕਿਉਂਕਿ ਜੇ ਉਹ ਚੰਗੇ ਤੋਂ ਮਾੜੇ ਵੱਲ ਉਹਦੇ ਚੀਜ਼ਾਂ ਜਾਂਦੀਆਂ ਨੇ, ਮੰਚ ਦੇ ਉੱਤੇ ਮੌਤ ਦੇਖਦੇ ਨੇ, ਕੋਈ ਜ਼ਖਮ ਹੁੰਦੇ ਦੇਖਦੇ ਨੇ, ਕੋਈ ਪੀੜਾ ਮਹਿਸੂਸ ਕਰਦੇ ਨੇ, ਤਾਂ ਇਹਦੇ ਨਾਲ ਜਿਹੜੇ ਦਰਸ਼ਕ ਨੇ ਉਹ ਫਿਰ ਵਿਰੇਚਨ ਦੀਆਂ ਫੀਲਿੰਗਸ ਤੱਕ ਪਹੁੰਚਦੇ ਨੇ, ਮਤਲਬ ਉਹਨਾਂ ਦੇ ਭਾਵਾਂ ਦਾ ਵਿਰੇਚਨ ਹੁੰਦਾ ਹੈ। ਇਸ ਤੋਂ ਬਾਅਦ ਅਰਸਤੂ ਪਲਾਟ ਦੇ ਹੀ ਜਾਂ ਸਟਰਕਚਰ ਦੇ ਕੁਝ ਹੋਰ ਪਾਰਟਸ ਦੀ ਗੱਲ ਕਰਦਾ। ਪਹਿਲਾਂ ਵਾਲਿਆਂ ਨੂੰ ਉਹ ਐਲੀਮੈਂਟਸ ਕਹਿੰਦਾ, ਪਰ ਇਹਨਾਂ ਪਾਰਟਸ ਨੂੰ ਉਹ ਕੁਆਲਿਟੇਟਿਵ ਪਾਰਟਸ ਕਹਿੰਦਾ ਹੈ, ਜਿਹੜੇ ਉਹਦੇ ਸਟਰਕਚਰ ਦੇ ਇੰਪੋਰਟੈਂਟ ਹਿੱਸੇ ਹੁੰਦੇ ਨੇ। ਉਹ ਕਹਿੰਦਾ ਵੀ ਇੱਕ ਤਾਂ ਹੁੰਦਾ ਪ੍ਰੋਲੌਗ, ਜਿਹਨੂੰ ਅਸੀਂ ਭੂਮਿਕਾ ਵਰਗਾ ਕੁਝ ਕਹਿ ਸਕਦੇ ਹਾਂ, ਜਿਹਦੇ ਵਿੱਚ ਇੰਟਰੋਡਕਸ਼ਨ ਹੁੰਦੀ ਹੈ, ਸਮੱਸਿਆ ਦੀ ਇੱਕ ਤਰ੍ਹਾਂ ਨਾਲ ਸ਼ੁਰੂਆਤ ਹੁੰਦੀ ਹੈ। ਇੱਕ ਇੰਟਰੋਡਕਸ਼ਨ ਦੇ ਰੂਪ ਚ ਅਸੀਂ ਇਹਨੂੰ ਭੂਮਿਕਾ ਨੂੰ, ਪ੍ਰੋਲੌਗ ਨੂੰ ਦੇਖ ਸਕਦੇ ਹਾਂ। ਦੂਸਰਾ ਹੈ ਐਪੀਸੋਡਸ ਹੁੰਦੇ ਨੇ, ਇਹਦੇ ਕੜੀਆਂ ਹੁੰਦੀਆਂ ਨੇ, ਅੰਕ ਜਾਂ ਕੜੀਆਂ। ਤੀਸਰਾ ਹੈ ਐਕਸੋਡ, EXODE, ਐਕਸੋਡ, ਜਿਹੜਾ ਲਗਭਗ ਅੰਤਿਕਾ ਵਰਗੀ ਕੋਈ ਚੀਜ਼ ਆ, ਜਿਹਦੇ ਵਿੱਚ ਕਨਕਲੂਜਨ ਤੇ ਚੀਜ਼ਾਂ ਪਹੁੰਚਦੀਆਂ ਨੇ। ਇਹਦੇ ਤੋਂ ਬਾਅਦ ਕੋਈ ਜਿਹੜਾ ਕੋਰਸ ਹੈ, ਜਿਹਨੂੰ ਸੌਂਗ ਕਹਿੰਦੇ ਆ ਅਸੀਂ, ਉਹ ਨਹੀਂ ਹੁੰਦਾ। ਚੌਥਾ ਹੈ
ਕੋਰਿਕ ਸੌਂਗ ਜਿਹਨੂੰ ਅਸੀਂ ਕੋਰਸ ਕਹਿੰਦੇ ਆ, ਜਿਹੜਾ ਵਾਰ-ਵਾਰ ਹਰ ਅੰਕ ਤੋਂ ਬਾਅਦ ਪਲੇ ਹੁੰਦਾ ਪਰ ਅੰਤਿਕਾ ਤੋਂ ਬਾਅਦ ਉਹ ਪਲੇ ਨਹੀਂ ਹੁੰਦਾ। ਇਹ ਚਾਰ ਚੀਜ਼ਾਂ ਉਹਦੇ ਕੁਆਲਿਟੇਟਿਵ ਪਾਰਟਸ ਅਰਸਤੂ ਦੇ ਅਨੁਸਾਰ ਪਲਾਟ ਦੇ ਜਾਂ ਤਰਾਸਦੀ ਦੇ ਹੁੰਦੇ ਨੇ। ਪ੍ਰੋਲੋਗ ਜਿਹੜਾ ਭੂਮਿਕਾ ਹੈ ਇੱਕ ਤਰ੍ਹਾਂ ਨਾਲ, ਐਪੀਸੋਡ ਅੰਕ ਜਾਂ ਕੜੀਆਂ, ਫਿਰ ਐਕਸੋਡ ਜਿਹਨੂੰ ਅਸੀਂ ਅੰਤਿਕਾ ਜਿਹਦੇ ਚ ਕਨਕਲੂਜਨ ਹੈ, ਤੇ ਕੋਰਿਕ ਸੌਂਗ। ਇਹ ਚਾਰ ਉਹ ਕੁਆਲਿਟੇਟਿਵ ਜਿਹੜੇ ਐਲੀਮੈਂਟਸ ਮੰਨਦਾ ਹੈ। ਫਿਰ ਉਹ ਅੱਗੋਂ ਪਰਫੈਕਟ ਟ੍ਰੈਜੇਡੀ ਦੱਸਦਾ ਵੀ ਪਰਫੈਕਟ ਟ੍ਰੈਜੇਡੀ ਹੈ ਜਿਹੜੀ ਉਹ ਕਿਹੜੀ ਹੋ ਸਕਦੀ ਹੈ, ਸਭ ਤੋਂ ਬੈਸਟ ਕਿਸਮ ਦੀ। ਕਹਿੰਦਾ ਵੀ ਇੱਕ ਤਾਂ ਇਹ ਕੰਪਲੈਕਸ ਪਲਾਟ ਵਾਲੀ ਹੋਣੀ ਚਾਹੀਦੀ ਹੈ, ਜਿਹੜੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਕੁਝ ਗੱਲਾਂ ਦਾ ਦੁਹਰਾ ਇਹਦੇ ਵਿੱਚ ਹੋਏਗਾ। ਤੇ ਉਹ ਅਜਿਹੇ ਕਾਰਜਾਂ ਦਾ ਅਨੁਕਰਨ ਹੋਣੀ ਚਾਹੀਦੀ ਹੈ ਜਿਹਦੇ ਨਾਲ ਡਰ ਤੇ ਕਰੁਣਾ ਦੇ ਭਾਵ ਪੈਦਾ ਹੁੰਦੇ ਹੋਣ। ਜਿਵੇਂ ਉਹ ਕਹਿੰਦਾ ਵੀ ਜੇ ਮੰਨ ਲਓ ਬਹੁਤ ਨੇਕ ਬੰਦਾ ਹੈ ਤੇ ਉਹ ਬੁਰੇ ਅੰਤ ਤੇ ਪਹੁੰਚਦਾ ਹੈ, ਬਹੁਤ ਨੇਕ ਬੰਦਾ ਜੇ ਬੁਰੇ ਅੰਤ ਤੇ ਪਹੁੰਚਦਾ ਹੈ ਤਾਂ ਸਾਨੂੰ ਪਿਟੀ ਤੇ ਫੀਅਰ ਦੀ ਥਾਂ ਸ਼ੌਕ ਵਰਗੇ ਕੋਈ ਭਾਵ ਪੈਦਾ ਹੋਣਗੇ ਵੀ ਆਹ ਕੀ ਹੋ ਗਿਆ, ਕਿਉਂਕਿ ਸਾਡੇ ਕੋਲ ਕੋਈ ਕਾਰਨ ਨਹੀਂ ਹੈ ਉਹਦਾ। ਤੇ ਜੇ ਕੋਈ ਮਾੜਾ ਬੰਦਾ ਬੁਰੇ ਅੰਤ ਤੇ ਪਹੁੰਚਦਾ ਤਾਂ ਫਿਰ ਸਾਨੂੰ ਪਿਟੀ ਤੇ ਫੀਅਰ ਨਹੀਂ ਮਹਿਸੂਸ ਹੋਣਗੇ। ਇਸ ਕਰਕੇ ਉਹ ਕਹਿੰਦਾ ਵੀ ਇੱਕ ਹੀਰੋ ਹੈ ਜਿਹੜਾ ਉਹ ਇੱਕ ਬੰਦਾ ਹੋਣਾ ਚਾਹੀਦਾ ਵਿਦ ਟ੍ਰੈਜਿਕ ਫਲॉ, ਮਤਲਬ ਉਹ ਇੱਕ ਆਮ ਸਧਾਰਨ ਬੰਦਾ, ਉਹ ਵਧੀਆ ਇਨਸਾਨ ਹੋਵੇ ਪਰ ਸਾਡੇ ਵਰਗਾ ਹੋਵੇ, ਉਹਦੇ ਚ ਕੋਈ ਨਾ ਕੋਈ ਕਮੀ ਵੀ, ਕੋਈ ਨਾ ਕੋਈ ਫਲॉ ਵੀ ਹੋਣਾ ਚਾਹੀਦਾ। ਫਿਰ ਉਹ ਕਹਿੰਦਾ ਵੀ ਪਲਾਟ ਹੈ ਜਿਹੜਾ ਇਕਹਿਰਾ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਬਹੁਤ ਸਾਰੀਆਂ ਸਮਾਂਤਰ ਕਥਾਵਾਂ ਚੱਲਦੀਆਂ ਹੋਣ ਤੇ ਉਹ ਦਰਸ਼ਕ ਉਸ ਕਿਸਮ ਦਾ ਉਹਦੇ ਵਿੱਚ ਇਨਵੋਲਵ ਨਾ ਹੋ ਸਕੇ, ਉਹਦੀ ਮੈਮਰੀ ਦੇ ਇੱਕੋ ਵਾਰ ਉਹ ਪਕੜ ਚ ਨਾ ਆ ਸਕਦੀਆਂ ਹੋਣ ਤੇ ਅਸੀਂ ਪਲਾਟ ਨੂੰ ਇੰਨਾ ਗੁੰਝਲਦਾਰ ਬਣਾ ਦਈਏ ਕਿ ਉਹਦੇ ਠੀਕ ਪ੍ਰਭਾਵ ਨਾ ਪੈਦਾ ਹੋਣ। ਇਸ ਕਰਕੇ ਇਕਹਿਰਾ ਪਲਾਟ ਹੋਣਾ ਵੀ ਬੜਾ ਜ਼ਰੂਰੀ ਹੈ। ਫਿਰ ਉਹ ਕਹਿੰਦਾ ਕਿ ਜ਼ਿਆਦਾ ਇਫੈਕਟਿਵ ਟ੍ਰੈਜੇਡੀ ਹੋ ਦੋਨੇ ਤਰ੍ਹਾਂ ਦੀ ਸਕਦੀ ਹੈ, ਮਤਲਬ ਚੰਗੇ ਤੋਂ ਬੁਰੇ ਵੱਲ ਵੀ ਜਾ ਸਕਦੀ ਹੈ, ਬੁਰੀਆਂ ਸਥਿਤੀਆਂ ਤੋਂ ਹੀਰੋ ਚੰਗੀਆਂ ਸਥਿਤੀਆਂ ਵੱਲ ਵੀ ਜਾ ਸਕਦਾ, ਮਤਲਬ ਗੁੱਡ ਫਾਰਚੂਨ ਚ ਉਹਦੀ ਇੱਕ ਤਰ੍ਹਾਂ ਨਾਲ ਉਹ ਬਦਲ ਸਕਦਾ ਹੈ। ਪਰ ਉਹ ਬਦਕਿਸਮਤੀ ਵੱਲ ਜਾਵੇ, ਮਤਲਬ ਜੇ ਚੰਗੇ ਤੋਂ ਬੁਰੇ ਵੱਲ ਜਾਵੇ ਤਾਂ ਉਹ ਜ਼ਿਆਦਾ ਟ੍ਰੈਜਿਕ ਭਾਵ ਪੈਦਾ ਕਰਦੀ ਹੈ। ਇਸ ਕਰਕੇ ਬਿਹਤਰ ਟ੍ਰੈਜੇਡੀ ਉਹ ਹੁੰਦੀ ਹੈ ਜਿਹੜੀ ਕਿ ਚੰਗੇ ਤੋਂ ਬੁਰੇ ਵੱਲ ਜਾਂਦੀ ਹੈ। ਫਿਰ ਉਹ ਅੱਗੋਂ ਦੱਸਦਾ ਵੀ ਚੰਗੀ ਤਰਾਸਦੀ ਦੀ ਸਿਰਜਣਾ ਕਰਨ ਲਈ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮਦਦਗਾਰ ਹੁੰਦੀਆਂ ਨੇ, ਕਿਹੜੇ ਹਾਲਾਤ ਨੇ ਜਿਹੜੇ ਮਦਦਗਾਰ ਹੁੰਦੇ ਨੇ। ਇੱਕ ਤਾਂ ਉਹ ਕਹਿੰਦਾ ਵੀ ਜਿਹੜਾ ਜੋ ਵੀ ਕੁਝ ਹਾਦਸੇ ਜਿਹੜੇ ਵਾਪਰਨੇ ਆ ਟ੍ਰੈਜੇਡੀ ਦੇ ਵਿੱਚ, ਉਹ ਉਹਨਾਂ ਲੋਕਾਂ 'ਚ ਵਾਪਰਨੇ ਚਾਹੀਦੇ ਨੇ ਜਿਨ੍ਹਾਂ ਦੇ ਦਰਮਿਆਨ ਬਹੁਤ ਗੂੜੇ ਕੋਈ ਰਿਸ਼ਤੇ ਹੋਣ, ਜਿਵੇਂ ਭਰਾ ਦਾ ਕਤਲ ਕਰਦੇ, ਪੁੱਤਰ ਮਾਂ ਦਾ ਕਤਲ ਕਰਦੇ ਜਾਂ ਪੁੱਤਰ ਪਿਓ ਦਾ ਕਤਲ ਕਰਦੇ। ਕਹਿੰਦਾ ਫੇਰ ਹੀ ਜ਼ਿਆਦਾ ਫੀਅਰ ਤੇ ਟ੍ਰੈਜੇਡੀ ਦੇ ਭਾਵ ਨੇ ਜਿਹੜੇ ਉਹ ਪੈਦਾ ਹੋ ਸਕਦੇ ਨੇ। ਫਿਰ ਅੱਗੋਂ ਕਹਿੰਦਾ ਵੀ ਇਹ ਸਾਰਾ ਕੁਝ ਜੋ ਵਾਪਰਨਾ ਹੈ ਇਹਨੂੰ ਤਰਤੀਬ ਦੇਣ ਦੇ ਕਈ ਤਰੀਕੇ ਹੋ ਸਕਦੇ ਆ। ਮਸਲਨ ਇੱਕ ਕਾਰਜ ਹੈ ਜਿਹੜਾ ਕਿ ਹੀਰੋ ਨੂੰ ਪਤਾ ਹੈ ਕਿ ਇਹ ਮੇਰੀ ਮਾਂ ਹੈ ਜਾਂ ਪਿਓ ਹੈ, ਉਹ ਜਾਣਦਿਆਂ ਹੋਇਆਂ ਵੀ ਕਤਲ ਕਰੇ, ਇਸ ਤਰ੍ਹਾਂ ਵੀ ਹੋ ਸਕਦਾ। ਦੂਸਰਾ ਇਹ ਹੈ ਕਿ ਰਿਸ਼ਤਾ ਨਾ ਪਤਾ ਹੋਵੇ ਤੇ ਹਾਦਸੇ ਤੋਂ ਬਾਅਦ ਪਤਾ ਲੱਗੇ ਕਿ ਇਹ ਮੇਰਾ ਕੀ ਲੱਗਦਾ ਸੀ ਤੇ ਮੈਂ ਕੀ ਕਰ ਬੈਠਾ। ਤੀਸਰਾ ਇਹ ਹੈ ਕਿ ਇਹ ਕੀਤਾ ਹੀ ਨਾ ਜਾਵੇ, ਹੀਰੋ ਜਦੋਂ ਮਤਲਬ ਇਹਨੂੰ ਨਿਭਾ ਹੀ ਨਾ ਸਕੇ, ਕਿਉਂਕਿ ਹੀਰੋ ਨੂੰ ਲੱਗੇ ਉਹ ਇਹ ਸਹਿਨ ਨਹੀਂ ਕਰ ਸਕਦਾ, ਚਾਹੇ ਉਹਨੂੰ ਇਹਦੀ ਲੋੜ ਹੈ, ਉਹਨੂੰ ਇਹ ਕਰ ਦੇਣਾ ਚਾਹੀਦਾ, ਭਰਾ ਦਾ ਕਤਲ ਕਰ ਦੇਣਾ ਚਾਹੀਦਾ, ਮਾਂ ਦਾ ਕਤਲ ਕਰ ਦੇਣਾ ਚਾਹੀਦਾ, ਪਰ ਕਿਉਂਕਿ ਉਹ ਇਹਦੇ ਨਾਲ ਨਿਭ ਨਹੀਂ ਸਕਦਾ ਇਸ ਕਰਕੇ ਉਹ ਇਹ ਕਰੇ ਹੀ ਨਾ, ਇਹ ਇਸ ਤਰ੍ਹਾਂ ਦਾ ਕੋਈ ਕਤਲ ਜਾਂ ਇਸ ਤਰ੍ਹਾਂ ਦੇ ਕੋਈ ਜ਼ਖਮ ਦੂਸਰੇ ਨੂੰ ਦੇਵੇ ਹੀ ਨਾ। ਤਾਂ ਅਰਸਤੂ ਦੇ ਅਨੁਸਾਰ ਜਿਹੜਾ ਇਹ ਤਰੀਕਾ ਹੈ ਇਹ ਸਭ ਤੋਂ ਘੱਟ ਨਾਟਕੀ ਗੱਲ ਹੈ ਕਿ ਨਾਇਕ ਇਹਦੇ ਨਾਲ ਨਿਭ ਨਾ ਸਕਦਾ ਹੋਵੇ ਤੇ ਅਸੀਂ ਇਹ ਕਰਵਾਈਏ ਨਾ, ਉਸ ਤੋਂ ਪਹਿਲਾਂ ਹੀ ਤਰਾਸਦੀ ਖਤਮ ਕਰ ਦਈਏ, ਕਿਸੇ ਡਰਾਮੇ ਨੂੰ ਉਸ ਤੋਂ ਪਹਿਲਾਂ ਹੀ ਅਸੀਂ ਮੁਕਾ ਲਈਏ। ਫਿਰ ਉਹ ਕਹਿੰਦਾ ਵੀ ਇੱਕ ਤਰੀਕਾ ਜਿਹੜਾ ਜਿਹਨੂੰ ਬੈਸਟ ਮੰਨਦਾ ਅਰਸਤੂ ਉਹ ਹੈਗਾ ਹਾਦਸਾ ਬਿਲਕੁਲ ਵਾਪਰਨ ਵਾਲਾ ਹੋਵੇ ਤੇ ਅਸਲ ਰਿਸ਼ਤੇ ਜਾਂ ਅਸਲ ਗੱਲ ਦਾ ਪਤਾ ਲੱਗ ਜਾਵੇ ਤੇ ਹਾਦਸਾ ਹੁੰਦਾ ਰੁਕ ਜਾਵੇ।
ਅਰਸਤੂ ਇਸ ਨੂੰ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮੰਨਦਾ ਹੈ ਫੀਅਰ ਤੇ ਪਿਟੀ ਪੈਦਾ ਕਰਨ ਦਾ। ਕਾਰਜ ਦੀ ਏਕਤਾ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਤਾਂ ਉਹ ਕਹਿੰਦਾ ਵੀ ਜੇ ਬੈਸਟ ਟ੍ਰੈਜੇਡੀ ਲਿਖਣੀ ਆ ਕਿਸੇ ਕਵੀ ਨੇ ਤਾਂ ਉਹਨੂੰ ਸਭ ਤੋਂ ਪਹਿਲਾਂ ਇੱਕ ਖਾਕਾ ਆਪਣੀਆਂ ਅੱਖਾਂ ਦੇ ਸਾਹਮਣੇ ਕਾਰਜਾਂ ਦਾ ਤਿਆਰ ਕਰ ਲੈਣਾ ਚਾਹੀਦਾ ਤੇ ਬਾਅਦ ਚ ਉਹਦੇ ਵਿੱਚ ਫਿਰ ਚੀਜ਼ਾਂ ਭਰ ਦੇਣੀਆਂ ਚਾਹੀਦੀਆਂ ਨੇ। ਉਹਨੂੰ ਇੱਕ ਆਊਟਲਾਈਨ ਜ਼ਰੂਰ ਪਹਿਲਾਂ ਸੋਚ ਲੈਣੀ ਚਾਹੀਦੀ ਹੈ। ਅਰਸਤੂ ਦੇ ਅਨੁਸਾਰ ਅਸੀਂ ਪੂਰੇ ਪਲਾਟ ਨੂੰ ਦੋ ਹਿੱਸਿਆਂ 'ਚ ਵੰਡ ਸਕਦੇ ਹੁੰਨੇ ਆ। ਇੱਕ ਉਹਦਾ ਪਹਿਲਾ ਹਿੱਸਾ ਜਿਹਦੇ 'ਚ ਗੁੰਝਲ ਜਾਂ ਸਮੱਸਿਆ ਪੈਦਾ ਹੁੰਦੀ ਹੈ, ਇੱਕ ਦੂਜਾ ਹਿੱਸਾ ਹੁੰਦਾ ਜਿਹੜਾ ਸਮੱਸਿਆ ਜਾਂ ਗੁੰਝਲ ਦੀ ਵਿਆਖਿਆ ਜਾਂ ਹੱਲ ਵਾਲਾ ਹਿੱਸਾ ਹੁੰਦਾ ਤੇ ਅਸੀਂ ਸਿੱਟੇ ਤੱਕ ਪਹੁੰਚਣਾ ਹੁੰਦਾ। ਜਿਹੜਾ ਗੁੰਝਲ ਜਾਂ ਸਮੱਸਿਆ ਵਾਲਾ ਹਿੱਸਾ ਉਹ ਸ਼ੁਰੂ ਤੋਂ ਲੈ ਕੇ ਟਰਨਿੰਗ ਪੁਆਇੰਟ ਤੱਕ ਜਾਂ ਕਲਾਈਮੈਕਸ ਤੱਕ ਹੁੰਦਾ ਤੇ ਕਲਾਈਮੈਕਸ ਤੋਂ ਫਿਰ ਅੰਤ ਤੱਕ ਜਿਹੜਾ ਦੂਸਰਾ ਹਿੱਸਾ ਹੁੰਦਾ। ਤੇ ਅਰਸਤੂ ਇਹ ਦੋ ਟਾਈਪਸ ਉਹਨੇ ਪਹਿਲਾਂ ਸਾਡੇ ਨਾਲ ਗੱਲ ਕੀਤੀ ਆ, ਸਿੰਪਲ ਟ੍ਰੈਜੇਡੀ ਦੀ ਤੇ ਨਾਲ ਕੰਪਲੈਕਸ ਟ੍ਰੈਜੇਡੀ ਦੀ। ਇਸ ਤੋਂ ਬਿਨਾਂ ਉਹ ਦੋ ਟਾਈਪਸ ਬਾਰੇ ਬਹੁਤ ਛੋਟੀ ਜੀ ਗੱਲ ਹੋਰ ਕਰਦਾ ਹੈ ਕਿ ਇੱਕ ਪੈਥੈਟਿਕ ਟ੍ਰੈਜੇਡੀ ਹੋ ਸਕਦੀ ਆ। ਪੈਥੈਟਿਕ ਟ੍ਰੈਜੇਡੀ ਉਹ ਹੁੰਦੀ ਹੈ ਜਿਹੜੀ ਸਿਰਫ ਪੈਸ਼ਨ ਤੋਂ ਮੋਟੀਵੇਟ ਹੁੰਦੀ ਆ ਤੇ ਐਥੀਕਲ ਟ੍ਰੈਜੇਡੀ ਇੱਕ ਹੋਰ ਕਿਸਮ ਦੀ ਟ੍ਰੈਜੇਡੀ ਦੀ ਗੱਲ ਕਰਦਾ। ਉਹ ਹੁੰਦੀ ਆ ਜਿਹਦਾ ਮਕਸਦ ਨੈਤਿਕਤਾ ਦਾ ਪ੍ਰਚਾਰ ਕਰਨਾ ਹੁੰਦਾ, ਉਹਨੂੰ ਉਹ ਐਥੀਕਲ ਟ੍ਰੈਜੇਡੀ ਕਹਿੰਦਾ ਹੈ। ਇਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਤੱਤ ਨੇ, ਕਿਉਂਕਿ ਅਸੀਂ ਹੁਣ ਤੱਕ ਪਲਾਟ ਬਾਰੇ ਹੀ ਗੱਲ ਕਰ ਰਹੇ ਸੀ ਕਿਉਂਕਿ ਅਰਸਤੂ ਦੇ ਅਨੁਸਾਰ ਪਲਾਟ ਬਹੁਤ ਇੰਪੋਰਟੈਂਟ ਹੈ ਤੇ ਇਸੇ ਲਈ ਪਲਾਟ ਬਾਰੇ ਉਹ ਬਹੁਤ ਲੰਬੀ ਚੌੜੀ ਗੱਲ ਕਰਦਾ ਹੈ। ਇਸ ਤੋਂ ਬਾਅਦ ਉਹ ਪਾਤਰਾਂ ਬਾਰੇ ਗੱਲ ਕਰਦਾ। ਦੂਸਰੇ ਨੰਬਰ ਤੇ ਉਹਦੇ ਲਈ ਪਾਤਰ ਚਿੱਤਰਣ ਹੈ ਤੇ ਪਾਤਰਾਂ ਬਾਰੇ ਜਦੋਂ ਗੱਲ ਕਰਦਾ ਤਾਂ ਉਹ ਕਹਿੰਦਾ ਵੀ ਕਵੀ ਨੂੰ ਪਾਤਰਾਂ ਬਾਰੇ 4 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੀਰੋ ਜ਼ਰੂਰੀ ਇੱਕ ਚੰਗਾ ਵਿਅਕਤੀ ਹੋਣਾ ਚਾਹੀਦਾ ਤੇ ਉਸ ਦੀ ਭਾਸ਼ਾ ਵਿੱਚ ਨੈਤਿਕ ਮੁੱਲਾਂ ਦੀ ਅਭਿਵਿਅਕਤੀ ਹੋਣੀ ਚਾਹੀਦੀ ਹੈ। ਇਹਦੇ ਲਈ ਉਹ ਇੱਕ ਏਥੋਸ ਸ਼ਬਦ ਦਾ ਇਸਤੇਮਾਲ ਕਰਦਾ ਹੈ ਕਿ ਉਹ ਪੂਰਾ ਆਪਣੀ ਸੰਸਕ੍ਰਿਤੀ ਦਾ ਜੋ ਇਥੋਸ ਹੈ ਉਹਦੇ ਵਿੱਚ ਹੋਵੇ, ਮਤਲਬ ਉਹਦੇ ਬੋਲ ਵੀ ਤੁਹਾਨੂੰ ਤਾਂ ਹੀ ਇੰਪੋਰਟੈਂਟ ਲੱਗਣਗੇ, ਉਹਦੇ ਨੈਤਿਕ ਮੁੱਲਾਂ ਦੀ ਅਭਿਵਿਅਕਤੀ ਦਰਸ਼ਕ ਨੂੰ ਤਾਂ ਹੀ ਆਪਣੇ ਨਾਲ ਬੰਨੂਗੀ ਜੇਕਰ ਜਿਹੜਾ ਦਰਸ਼ਕ ਹੈ, ਜੇਕਰ ਜਿਹੜਾ ਪਾਤਰ ਹੈ ਉਹ ਆਪਣੀ ਸੰਸਕ੍ਰਿਤੀ ਦੇ ਬੈਟਰ ਮੁੱਲਾਂ ਦੀ ਰਹਿਨੁਮਾਈ ਕਰਦਾ ਹੋਵੇ, ਇੱਕ ਚੰਗਾ ਕਰੈਕਟਰ ਹੋਵੇ। ਜਿਵੇਂ ਇਹਦੇ ਬਾਰੇ ਇਹਨੂੰ ਜੇ ਅਸੀਂ ਸਮਝਣਾ ਹੋਵੇ ਤਾਂ ਕਈ ਵਾਰ ਕੋਈ ਮਾੜਾ ਬੰਦਾ ਤੇ ਕੋਈ ਚੰਗਾ ਬੰਦਾ, ਜਿਹੜੇ ਕਾਰਜ ਦੇ ਵਿੱਚ ਇੱਕ ਬੰਦਾ ਮਾੜਾ ਹੈ ਤੇ ਇੱਕ ਬੰਦਾ ਚੰਗਾ ਹੈ, ਉਹ ਦੋਨੇ ਮੰਨ ਲਓ ਇੱਕੋ ਜਿਹੀਆਂ ਗੱਲਾਂ ਕਰ ਰਹੇ ਹੋਣ, ਗੱਲਾਂ ਇੱਕੋ ਜਿਹੀਆਂ ਹੀ ਕਰਦੇ ਹੋਣ, ਤਾਂ ਅਸੀਂ ਉਸ ਬੰਦੇ ਦੀ ਗੱਲ ਤੋਂ ਜ਼ਿਆਦਾ ਪ੍ਰਭਾਵਿਤ ਹੋਵਾਂਗੇ ਜਿਹਦਾ ਸਾਨੂੰ ਪਤਾ ਹੈ ਕਿ ਉਹ ਚੰਗਾ ਬੰਦਾ ਹੈ, ਹਨਾ। ਸੋ ਪਾਤਰ ਇਸ ਕਿਸਮ ਦਾ ਹੋਣਾ ਚਾਹੀਦਾ, ਉਹ ਕਹਿੰਦਾ ਜਿਹਦੀ ਗੱਲਬਾਤ ਤੋਂ ਆਡੀਅנס ਦਰਸ਼ਕ ਪ੍ਰਭਾਵਿਤ ਹੋ ਸਕਦੇ ਹੋਣ। ਇਹਦੇ ਲਈ ਉਹ ਇਥੋਸ ਸ਼ਬਦ ਇਸਤੇਮਾਲ ਕਰਦਾ ਇਸ ਗੱਲ ਲਈ। ਉਹ ਕਹਿੰਦਾ ਵੀ ਜਿਹੜੇ ਕਰਨਾ ਤੇ ਤਰਸ ਜਾਂ ਹਮਦਰਦੀ ਪੈਦਾ ਹੋਣੀ ਹੈ ਉਹ ਸਾਡੀ ਬੁਰੇ ਵਿਅਕਤੀ ਲਈ ਨਹੀਂ ਪੈਦਾ ਹੁੰਦੀ, ਇਸ ਕਰਕੇ ਨੋ ਡਾਊਟ ਉਹ ਮਤਲਬ ਚੰਗਾ ਪਾਤਰ ਹੀ ਹੋਣਾ ਚਾਹੀਦਾ। ਦੂਸਰੀ ਗੱਲ ਉਹ ਕਹਿੰਦਾ ਕਿ ਉਹਦੇ ਕਾਰਜਾਂ ਵਿੱਚ ਔਚਿਤਯ ਹੋਣਾ ਚਾਹੀਦਾ, ਜਿਵੇਂ ਸੰਕਟ ਨਾਲ ਬਹਾਦਰੀ ਨਾਲ ਮੁਕਾਬਲਾ ਕਰੇ ਸੰਕਟ ਦਾ। ਔਚਿਤਯ ਮਤਲਬ ਕੋਈ ਵੀ ਕੰਮ ਉਹ ਐਵੇਂ ਦਾ ਨਾ ਕਰੇ ਕਿ ਸਾਨੂੰ ਉਹ ਠੀਕ ਨਾ ਲੱਗਦਾ ਹੋਵੇ। ਤੀਸਰੀ ਗੱਲ ਹੈ ਕਿ ਉਹ ਜੀਵਨ ਪ੍ਰਤੀ ਸੱਚਾ ਹੋਣਾ ਚਾਹੀਦਾ, ਜੀਵਨ ਦਾ ਸੱਚਾ ਨਾਇਕ। ਇਹਦੇ ਬਾਰੇ ਅਰਸਤੂ ਕਹਿੰਦਾ ਹੈ ਕਿ ਸਥਿਤੀਆਂ ਦੇ ਅਨੁਸਾਰ ਉਹ ਸੰਭਾਵਿਤ ਅਤੇ ਜ਼ਰੂਰੀ ਐਕਸ਼ਨ ਕਰਦਾ ਹੈ। ਇੱਥੇ ਫਿਰ ਜਿਹੜਾ ਸੰਭਾਵਿਤ ਸ਼ਬਦ ਹੈ ਉਹ ਬਹੁਤ ਇੰਪੋਰਟੈਂਟ ਹੈ, ਜਿਹੜੀ ਅਸੀਂ ਅਨੁਕਰਨ ਬਾਰੇ ਵੀ ਗੱਲ ਕੀਤੀ ਸੀ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ ਕਲਾਸਿਕ ਕੀ ਹੈ ਲੇਖ ਪੜ੍ਹਿਆ ਨਾ, ਤੁਸੀਂ ਤੁਹਾਡੇ ਸਿਲੇਬਸ 'ਚ ਇਸ ਤੋਂ ਪਹਿਲਾਂ ਇਸੇ ਚੈਨਲ ਤੇ ਤੁਸੀਂ ਉਹ ਲੇਖ ਬਾਰੇ ਗੱਲਬਾਤ ਸੁਣ ਚੁੱਕੇ ਹੋ, ਤਾਂ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜੇ ਕਲਾਸਿਕ ਦੇ ਕਰੈਕਟਰ ਹੈ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਸਮੇਂ 'ਚ ਸਾਰੇ ਲੋਕ ਬਹੁਤ ਆਦਰਸ਼ ਪਾਤਰ ਹੁੰਦੇ ਨੇ ਜਾਂ ਆਦਰਸ਼ਕ ਪਾਤਰ ਹੁੰਦੇ ਨੇ, ਪਰੰਤੂ ਜਿਹੜੇ ਪਾਤਰਾਂ ਦਾ ਨਿਰਮਾਣ ਕਰਨਾ ਹੁੰਦਾ, ਮਤਲਬ ਲੋਕ ਨਹੀਂ ਉਸ ਕਿਸਮ ਦੇ ਹੁੰਦੇ,
ਉਹ ਸੰਭਾਵਿਤ ਬੈਸਟ ਕਿਹੋ ਜਿਹੇ ਲੋਕ ਉਸ ਵੇਲੇ ਹੋ ਸਕਦੇ ਆ, ਉਹਨਾਂ ਦਾ ਜਿਹੜਾ ਬੈਸਟ ਸੰਭਾਵਨਾਵਾਂ ਪਈਆਂ ਹੁੰਦੀਆਂ ਉਹਨਾਂ ਦੇ ਵਿੱਚ, ਉਹਦੀ ਰਿਪਰੈਜ਼ੈਂਟੇਸ਼ਨ ਤਰਾਸਦੀ ਦੇ ਵਿੱਚ ਉਹਦੀ ਪ੍ਰਤੀਨਿਧਤਾ ਕੀਤੀ ਜਾਣੀ ਹੁੰਦੀ ਹੈ। ਤਾਂ ਇੱਥੇ ਵੀ ਲਗਭਗ ਅਰਸਤੂ ਉਸੇ ਕਿਸਮ ਦੇ ਸੰਭਾਵਿਤ ਅਤੇ ਜ਼ਰੂਰੀ ਐਕਸ਼ਨ ਦੀ ਗੱਲ ਕਰ ਰਿਹਾ ਹੈ ਤੇ ਉਹ ਲੇਖਕ ਦੁਆਰਾ ਜਾਂ ਕਵੀ ਦੁਆਰਾ ਥੋਪੇ ਹੋਏ ਗੁਣਾਂ ਦਾ ਨਿਰਵਾਹ ਨਾ ਕਰਦੇ ਹੋਣ, ਜੋ ਉਸ ਵੇਲੇ ਬੈਸਟ ਸੰਭਾਵਨਾ ਬਣਦੀ ਹੋਵੇ ਉਹਨਾਂ ਸਥਿਤੀਆਂ 'ਚ, ਉਸ ਤਰ੍ਹਾਂ ਦਾ ਉਚਿਤ ਕਾਰਜ ਆ ਜਿਹੜੇ ਉਹ ਕਰਦੇ ਹੋਣੇ ਚਾਹੀਦੇ ਆ। ਉਹਨਾਂ ਦੇ ਸੁਭਾਅ ਵਿੱਚ ਆਈਡੀਆਜ਼ ਦੀ ਤੇ ਐਕਸ਼ਨ ਦੀ ਇਕਸਾਰਤਾ ਹੋਣੀ ਚਾਹੀਦੀ ਹੈ। ਜਿਹੜੀ ਉਹ ਚੌਥੀ ਗੱਲ ਕਰਦਾ ਹੈ, ਉਹ ਉੱਚ ਘਰਾਣੇ ਦੇ ਹੋਣੇ ਚਾਹੀਦੇ ਆ, ਉਹਨਾਂ ਦੇ ਸੁਭਾਅ 'ਚ ਇਕਸਾਰਤਾ ਹੋਣੀ ਚਾਹੀਦੀ ਆ ਆਈਡੀਆਜ਼ ਦੀ ਤੇ ਐਕਸ਼ਨ ਦੀ। ਮਤਲਬ ਉਹ ਕਿਤੇ ਵੀ ਇਹ ਨਾ ਹੋਵੇ ਵੀ ਇੱਕ ਅੰਕ ਦੇ ਵਿੱਚ ਤਾਂ ਕਿਸੇ ਹੋਰ ਤਰ੍ਹਾਂ ਦੇ ਬੰਦਾ ਲੱਗਦਾ ਉਹ ਤੁਹਾਨੂੰ ਤੇ ਦੂਜੇ ਅੰਕ 'ਚ ਕਿਸੇ ਹੋਰ ਤਰ੍ਹਾਂ ਦਾ ਬੰਦਾ ਲੱਗਦਾ ਹੋਵੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਸੁਭਾਅ ਦੇ ਵਿੱਚ ਇਸ ਕਿਸਮ ਦੀ ਬੇਤਰਤੀਬੀ ਨਹੀਂ ਹੋਣੀ ਚਾਹੀਦੀ, ਇਕਸਾਰਤਾ ਹੋਣੀ ਚਾਹੀਦੀ ਹੈ। ਇੱਕ ਜਿਹੜਾ ਬਹੁਤ ਪਾਤਰ ਚਿੱਤਰਨ ਦੇ ਸੰਬੰਧ 'ਚ ਬਹੁਤ ਇੰਪੋਰਟੈਂਟ ਕੰਸੈਪਟ ਹੈ ਅਰਸਤੂ ਦੀ ਪੋਇਟਿਕਸ ਦੇ ਵਿੱਚ, ਉਹ ਹੈ ਹਮਾਰਟੀਆ। ਹਮਾਰਟੀਆ ਗ੍ਰੀਕ ਭਾਸ਼ਾ ਦਾ ਸ਼ਬਦ ਹੈ, ਤਾਂ ਇਹਦੇ ਦੋ ਤਰ੍ਹਾਂ ਦੇ ਅਰਥ ਕੀਤੇ ਜਾਂਦੇ ਨੇ ਅੰਗਰੇਜ਼ੀ ਦੇ ਵਿੱਚ। ਇੱਕ ਤਾਂ ਹਮਾਰਟੀਆ ਨੂੰ ਜਦੋਂ ਅੰਗਰੇਜ਼ੀ ਦੇ ਵਿੱਚ ਸਮਝਿਆ ਜਾਂਦਾ ਤਾਂ ਇਹਨੂੰ ਕਿਹਾ ਜਾਂਦਾ ਵੀ ਇਹ ਮਿਸਕੈਲਕੂਲੇਸ਼ਨ ਹੁੰਦੀ ਹੈ ਇੱਕ ਤਰ੍ਹਾਂ ਦੀ, ਜਿਹਨੂੰ ਐਰਰ ਆਫ ਜੱਜਮੈਂਟ ਕਿਹਾ ਜਾਂਦਾ ਹੈ ਕਿ ਪਾਤਰ ਹੈ ਜਿਹੜਾ ਉਹ ਬਹੁਤ ਚੰਗਾ ਬੰਦਾ ਹੈ ਪਰ ਉਹ ਹਮਾਰਟੀਆ ਦਾ ਸ਼ਿਕਾਰ ਹੈ। ਮਤਲਬ ਉਹਦੇ ਤੋਂ ਕੋਈ ਮਿਸਕੈਲਕੂਲੇਸ਼ਨ ਹੁੰਦੀ ਆ ਜਿਹਦੇ ਨਾਲ ਉਹ ਜੱਜਮੈਂਟ ਦਾ ਕੋਈ ਐਰਰ ਵਾਪਰਦਾ ਹੈ, ਚੀਜ਼ਾਂ ਉਹਨੂੰ ਠੀਕ ਪਤਾ ਨਹੀਂ ਲੱਗਦੀਆਂ। ਦੂਸਰਾ ਇਹਦਾ ਅਰਥ ਇਹ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੋਈ ਟ੍ਰੈਜਿਕ ਫਲॉ ਹੁੰਦਾ, ਉਹਦੇ 'ਚ ਕੋਈ ਇਹੋ ਜਿਹਾ ਦੋਸ਼ ਹੁੰਦਾ ਜਿਹਦੇ ਕਰਕੇ ਟ੍ਰੈਜੇਡੀ ਵਾਪਰਦੀ ਹੈ। ਅਸੀਂ ਇਹਨਾਂ ਦੋਨਾਂ ਨੂੰ ਇਕੱਠਾ ਕਰਕੇ ਇਹਦਾ ਅਰਥ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਹੀਰੋ ਹੈ ਟ੍ਰੈਜੇਡੀ ਦਾ, ਜਿਹੜਾ ਨਾਇਕ ਹੈ, ਉਹ ਬਹੁਤ ਚੰਗਾ ਬੰਦਾ ਹੁੰਦਾ ਪਰ ਉਹਦੇ ਵਿੱਚ ਇੱਕ ਕੋਈ ਫਲॉ ਹੁੰਦਾ, ਕੋਈ ਇਹੋ ਜਿਹਾ ਦੋਸ਼ ਹੁੰਦਾ ਜਿਹਨੂੰ ਅਸੀਂ ਟ੍ਰੈਜਿਕ ਫਲॉ ਕਹਿੰਦੇ ਆ, ਜਿਹਦੇ ਕਾਰਨ ਉਹ ਮਿਸਕੈਲਕੂਲੇਸ਼ਨ ਕਰਦਾ, ਜਿਹੜੇ ਦੋਸ਼ ਕਾਰਨ ਉਹਦੇ ਤੋਂ ਕੋਈ ਜੱਜਮੈਂਟ ਠੀਕ ਨਹੀਂ ਹੁੰਦੀ ਤੇ ਜਿਹਦੇ ਕਾਰਨ ਉਹ ਟ੍ਰੈਜੇਡੀ ਵਾਪਰਦੀ ਹੈ। ਸੋ ਇਹ ਜਿਹੜਾ ਹੈ ਹਮਾਰਟੀਆ, ਇਹ ਬਹੁਤ ਇੰਪੋਰਟੈਂਟ ਕੰਸੈਪਟ ਹੈ। ਇਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਅਰਸਤੂ ਦੀ ਪੋਇਟਿਕਸ ਦੇ ਵਿੱਚ ਪਾਤਰਾਂ ਦੇ ਸੰਬੰਧ ਜਦੋਂ ਉਹ ਗੱਲ ਕਰਦਾ ਹੈ ਕਿ ਇਸ ਟ੍ਰੈਜਿਕ ਫਲॉ ਤੋਂ ਬਿਨਾ ਉਹ ਜਿਹੜਾ ਹੀਰੋ ਹੈ ਉਹ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਅਗਲਾ ਤੱਤ ਹੈ ਉਹ ਹੈ ਡਿਕਸ਼ਨ, ਜਿਹਨੂੰ ਅਸੀਂ ਪਦ ਰਚਨਾ ਕਹਿੰਦੇ ਆ, ਜਿਹਨੂੰ ਅਸੀਂ ਉਹ ਕਹਿੰਦਾ ਕਿ ਜਿਹੜੀ ਭਾਸ਼ਾ ਹੈ ਅਸਲ 'ਚ ਉਹ ਅਲੰਕਾਰਕ ਭਾਸ਼ਾ ਹੁੰਦੀ ਹੈ ਤੇ ਅਲੰਕਾਰਕ ਭਾਸ਼ਾ ਤੋਂ ਤਰਾਸਦੀ ਦੀ ਅਲੰਕਾਰਕ ਭਾਸ਼ਾ ਤੋਂ ਉਹਦਾ ਭਾਵ ਹੈ ਕਿ ਉਹਦੇ ਵਿੱਚ ਲੈਅ, ਉਹਦੇ ਵਿੱਚ ਰਾਗਾਤਮਕਤਾ ਤੇ ਉਹਦੇ ਵਿੱਚ ਗੀਤ ਹੈ ਜਿਹੜੇ ਸ਼ਾਮਿਲ ਹੋਣੇ ਚਾਹੀਦੇ ਆ। ਇਹ ਗਦ ਰੂਪ 'ਚ ਵੀ ਹੋ ਸਕਦੀ ਆ, ਇਹ ਪਦ ਰੂਪ 'ਚ ਵੀ ਹੋ ਸਕਦੀ ਆ। ਉਹਨੇ ਕੁਝ ਅਲੰਕਾਰਾਂ ਬਾਰੇ ਗੱਲ ਕੀਤੀ ਹੈ ਜਿਹਦੇ ਵਿੱਚ ਸਿਮਿਲੀ ਤੇ ਐਨਾਲੋਜੀ, ਜਿਹੜੇ ਉਪਮਾ ਤੇ ਰੂਪਕ ਵਰਗੇ ਸਾਡੇ ਅਲੰਕਾਰ ਨੇ। ਅਲੰਕਾਰਾਂ ਬਾਰੇ ਚਾਹੇ ਬਹੁਤੀ ਗੱਲ ਉਹਨੇ ਨਹੀਂ ਕੀਤੀ ਪਰ ਇੱਕ ਬਹੁਤ ਇੰਪੋਰਟੈਂਟ ਗੱਲ ਅਰਸਤੂ ਇਹਦੇ ਵਿੱਚ ਕਰਦਾ ਹੈ ਪਦ ਰਚਨਾ ਦੇ ਵਿੱਚ। ਉਹ ਕਹਿੰਦਾ ਵੀ ਇਸ ਦਾ ਸੰਬੰਧ ਉਚਾਰ ਨਾਲ ਹੁੰਦਾ ਹੈ। ਉਚਾਰ ਦਾ ਮਤਲਬ ਹੈ ਕਿ ਜਦੋਂ ਜਿਨ੍ਹਾਂ ਨੇ ਭੂਮਿਕਾ ਨਿਭਾਉਣੀ ਹੈ ਸਟੇਜ ਦੇ ਉੱਤੇ, ਜਿਹੜੇ ਕਰੈਕਟਰਸ ਨੇ ਭੂਮਿਕਾ ਨਿਭਾਉਣੀ ਆ, ਉਹ ਇਹਨੂੰ ਇੱਥੇ ਉਚਾਰਦੇ ਕਿਵੇਂ ਆ। ਮਸਲਨ ਜੇ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਇਹ ਕੋਈ ਵਾਕ ਹੈ, ਕਿ ਇਹ ਚੇਤਾਵਨੀ ਵਰਗਾ ਵਾਕ ਹੈ, ਕਿ ਇਹ ਬੇਨਤੀ ਵਰਗਾ ਹੈ, ਕਿ ਇਹ ਹੁਕਮ ਵਰਗਾ ਹੈ, ਉਹਨੂੰ ਉਹਦੀ ਟੋਨ ਸਮਝ ਆਉਂਦੀ ਹੈ ਤਾਂ ਇਹਦਾ ਬਿਹਤਰ ਪ੍ਰਭਾਵ ਪੈ ਸਕਦਾ ਹੈ। ਤੇ ਉਹ ਨਾਲ ਇਹ ਵੀ ਕਹਿੰਦਾ ਵੀ ਇਹ ਕਵੀ ਦੀ ਬਜਾਏ ਬਹੁਤਾ ਜਿਹੜਾ ਭੂਮਿਕਾ ਨਿਭਾਉਣ ਵਾਲੇ ਕਿਰਦਾਰਾਂ ਨਾਲ ਜੁੜੀ ਹੋਈ ਚੀਜ਼ ਹੈ ਜਦੋਂ ਉਹ ਡਿਕਸ਼ਨ ਦੀ ਗੱਲ ਕਰਦਾ ਹੈ। ਇਹਦੇ ਨਾਲ ਹੀ ਉਹ ਕਹਿੰਦਾ ਵੀ ਜਿਹੜਾ ਤਰਾਸਦੀ ਦਾ ਲੇਖਕ ਹੈ ਉਹਨੂੰ ਕਰੰਟ ਤੇ ਪ੍ਰੋਪਰ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ। ਇਹਦੇ ਤੋਂ ਉਹਦਾ ਕੀ ਭਾਵ ਹੈ ਕਰੰਟ ਤੇ ਪ੍ਰੋਪਰ ਸ਼ਬਦਾਂ ਤੋਂ, ਕਿ ਕੰਟੈਂਪਰੇਰੀ ਸ਼ਬਦ, ਸਮਕਾਲੀ ਸ਼ਬਦ ਜਿਹੜੇ ਉਦੋਂ ਵਰਤੇ ਜਾਂਦੇ ਨੇ ਆਮ ਲੋਕਾਂ ਦੇ ਵਿੱਚ, ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ। ਤੇ ਪ੍ਰੋਪਰ ਤੋਂ ਭਾਵ ਹੈ ਕਿ ਕੋਸ਼ਗਤ ਸ਼ਬਦ ਨੇ ਜਿਹੜੇ, ਉਹਨਾਂ ਦਾ ਇਸਤੇਮਾਲ ਵਧੇਰੇ ਕਰਨਾ ਚਾਹੀਦਾ।
ਤਾਂ ਕਿ ਲੋਕਾਂ ਨੂੰ ਉਹ ਸਮਝ ਆ ਸਕਦੇ ਹੋਣ। ਜਦੋਂ ਲੇਖਕ ਅਰਸਤੂ ਕਹਿੰਦਾ ਕਿ ਬਹੁਤ ਔਖੇ ਸ਼ਬਦਾਂ ਦਾ ਇਸਤੇਮਾਲ ਕਰਦਾ, ਬਹੁਤ ਗੁਪਤ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦਾ, ਤਾਂ ਜਿਹੜਾ ਪਾਠਕ ਹੈ ਉਹ ਉਦਾਸੀਨ ਹੋ ਜਾਂਦਾ, ਜਿਹੜਾ ਦਰਸ਼ਕ ਹੈ ਉਹ ਪਿਟੀ ਤੇ ਫੀਅਰ ਤੱਕ ਉਵੇਂ ਨਹੀਂ ਪਹੁੰਚੂਗਾ ਜੇ ਉਹਨੂੰ ਭਾਸ਼ਾ ਦੀ ਹੀ ਸਮਝ ਨਹੀਂ ਆ ਰਹੀ, ਜੇ ਉਹਨੂੰ ਸ਼ਬਦਾਂ ਦੇ ਅਰਥਾਂ ਤੇ ਹੀ ਮਿਹਨਤ ਕਰਨੀ ਪੈ ਰਹੀ ਹੈ। ਤਾਂ ਫਿਰ ਉਹ ਕਹਿੰਦਾ ਵੀ ਜਿਹੜੇ ਮੈਟਾਫਰ ਨੇ ਉਹ ਵੀ ਉਦੋਂ ਹੀ ਕੰਮ ਕਰਦੇ ਨੇ ਜਦੋਂ ਉਹ ਬਹੁਤ ਸੌਖੀਆਂ ਖੁੱਲ ਸਕਦੇ ਹੋਣ, ਤੇ ਉਹ ਪਾਠਕਾਂ ਦੇ ਲਈ ਜਾਂ ਦਰਸ਼ਕਾਂ ਦੇ ਲਈ ਉਹ ਅਜਨਬੀ ਨਾ ਹੋਣ, ਉਹਨਾਂ ਨੂੰ ਬਹੁਤ ਸੌਖਿਆਂ ਉਹ ਸਮਝ ਆ ਜਾਣਗੇ, ਫੇਰ ਹੀ ਉਹ ਆਪਣਾ ਕੰਮ ਕਰਨਗੇ। ਜਿਹੜੇ ਕੰਮ ਲਈ ਮੈਟਾਫਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਰਾਸਦੀ ਦੀ ਭਾਸ਼ਾ ਨੂੰ ਖੂਬਸੂਰਤ ਬਣਾਉਣ ਲਈ, ਅਰਥਾਂ ਨੂੰ ਵਧਾਉਣ ਲਈ, ਤਾਂ ਉਹ ਮੈਟਾਫਰ ਆਪਣਾ ਕੰਮ ਉਦੋਂ ਹੀ ਕਰ ਪਾਉਣਗੇ ਜਦੋਂ ਉਹ ਦਰਸ਼ਕਾਂ ਨੂੰ ਈਜ਼ੀਲੀ ਸੌਖੀ ਤਰ੍ਹਾਂ ਨਾਲ ਸਮਝ ਆ ਸਕਦੇ ਹੋਣਗੇ। ਇੱਕ ਗੱਲ ਹੋਰ ਅਰਸਤੂ ਕਹਿੰਦਾ ਵੀ ਜਿਹੜਾ ਚੰਗਾ ਕਵੀ ਹੈ ਉਹ ਸ਼ਬਦਾਂ ਨੂੰ ਆਪਣੇ ਅਨੁਸਾਰ ਲੰਬਾ ਕਰ ਸਕਦਾ, ਸੁੰਗੇੜ ਸਕਦਾ, ਛੋਟਾ ਵੱਡਾ ਕਰ ਸਕਦਾ। ਇਸ ਤਰ੍ਹਾਂ ਉਹ ਜਦੋਂ ਭਾਸ਼ਾ ਨਾਲ ਖੇਡਦਾ ਹੈ ਤਾਂ ਆਪਣੀ ਵੱਖਰੀ ਭਾਸ਼ਾ ਦਾ ਨਿਰਮਾਣ ਕਰਦਾ ਹੈ, ਤੇ ਪਾਠਕਾਂ ਲਈ ਸਪਸ਼ਟਤਾ ਪਰ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਸਪਸ਼ਟਤਾ ਦੇ ਨਾਲ ਹੀ ਜਿਹੜੇ ਪਾਠਕ ਨੇ ਉਹ ਇਨਵੋਲਵ ਹੋ ਸਕਦੇ ਨੇ, ਨਹੀਂ ਤਾਂ ਪਾਠਕ ਉਸ ਤਰ੍ਹਾਂ ਨਾਲ ਇਨਵੋਲਵ ਨਹੀਂ ਹੋ ਪਾਉਣਗੇ। ਤਾਂ ਇਹ ਸੀ ਜੋ ਗੱਲਾਂ ਪਦ ਰਚਨਾ ਬਾਰੇ ਜਾਂ ਡਿਕਸ਼ਨ ਬਾਰੇ ਅਰਸਤੂ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਤੱਤ ਹੈ ਉਹ ਹੈ ਵਿਚਾਰ ਤੱਤ ਜਾਂ ਥਾਟ। ਤਾਂ ਉਹ ਕਹਿੰਦਾ ਵੀ ਥਾਟ ਹੈ ਜਿਹੜੀ ਉਹ ਕਾਰਜ ਤੇ ਬੋਲ ਰਾਹੀਂ ਵਾਪਰਦੀ ਹੈ। ਮਸਲਨ ਇੱਕ ਤਾਂ ਜਿਹੜਾ ਹੀਰੋ ਦੇ ਬੋਲ ਨੇ, ਜੇ ਉਹਦੇ ਵਿੱਚ ਇਥੋਸ ਹੈ, ਜੇ ਪਾਤਰ ਚੰਗਾ ਹੈ ਤਾਂ ਉਹ ਜੋ ਬੋਲੂਗਾ, ਜੇ ਉਹਦੇ ਕਾਰਜ ਚੰਗੇ ਨੇ ਤਾਂ ਉਹ ਜੋ ਬੋਲੂਗਾ ਆਡੀਅנס ਉਹ ਵਿਚਾਰ ਤੱਤ ਨੂੰ ਗ੍ਰਹਿਣ ਕਰੂਗੀ। ਕੀ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ, ਇਹਦੇ ਬਾਰੇ ਜਿਹੜੀਆਂ ਵੀ ਰਾਵਾਂ ਹੋਣਗੀਆਂ, ਜੋ ਵੀ ਕੁਝ ਉਹ ਕਹਿ ਰਿਹਾ ਹੋਊਗਾ ਉਹ ਆਡੀਅנס ਤੱਕ ਉਹ ਵਿਚਾਰ ਜਾਊਗਾ। ਅਗਲੀ ਗੱਲ ਉਹ ਕਰਦਾ ਹੈ ਵੀ ਜਿਹੜਾ ਵਿਚਾਰ ਹੈ ਉਹ ਸਿਰਫ ਬੋਲਾਂ ਰਾਹੀਂ ਹੀ ਪ੍ਰਗਟ ਨਹੀਂ ਹੁੰਦਾ, ਸਗੋਂ ਜੋ ਕਾਰਜ ਵਾਪਰ ਰਿਹਾ ਹੋਊਗਾ ਤਰਾਸਦੀ ਦਾ ਉਹਦੇ ਰਾਹੀਂ ਵੀ ਜਿਹੜਾ ਵਿਚਾਰ ਤੱਤ ਹੈ ਉਹ ਦਰਸ਼ਕਾਂ ਤੱਕ ਪਹੁੰਚੂਗਾ। ਤੇ ਵਿਚਾਰ ਤੱਤ ਨੂੰ ਉਹ ਕੋਈ ਇਹੋ ਜਿਹੀ ਚੀਜ਼ ਖਿਆਲ ਕਰਦਾ ਹੈ ਵੀ ਜਿਵੇਂ ਅਸੀਂ ਕੋਈ ਨਾਟਕ ਦੇਖਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਕੋਈ ਉਹਦਾ ਮੋਰਲ ਆਈਡੀਆ, ਕੋਈ ਅਸੀਂ ਉਹਦੇ ਤੋਂ ਕੋਈ ਕਹਾਵਤ ਡਰਾਈਵ ਕਰ ਸਕਦੇ ਹੋਈਏ, ਕੋਈ ਸੱਚ ਡਰਾਈਵ ਕਰ ਸਕਦੇ ਹੋਈਏ, ਇਸ ਤਰ੍ਹਾਂ ਦਾ ਕੋਈ ਵਿਚਾਰ ਹੈ ਜਿਹੜਾ ਉਹਦੇ ਵਿੱਚ ਟ੍ਰੈਜੇਡੀ ਦੇ ਵਿੱਚ ਪਿਆ ਹੁੰਦਾ ਹੈ। ਇਹਦੇ ਬਾਰੇ ਉਹ ਬਹੁਤੀ ਗੱਲ ਨਹੀਂ ਕਰਦਾ, ਇੰਨੀ ਹੀ ਗੱਲ ਵਿਚਾਰ ਤੱਤ ਬਾਰੇ ਹੈ। ਇਸ ਤੋਂ ਬਾਅਦ ਜਿਹੜੀ ਹੈ ਗੱਲ ਉਹ ਗੀਤ ਬਾਰੇ ਹੈ। ਗੀਤ ਨੂੰ ਵੀ ਉਹ ਇੱਕ ਐਲੀਮੈਂਟ ਮੰਨਦਾ ਹੈ। ਉਹ ਕਹਿੰਦਾ ਹੈ ਕਿ ਗੀਤ ਸੰਰਚਨਾ ਦਾ ਜ਼ਰੂਰੀ ਹਿੱਸਾ ਹੈ, ਤਰਾਸਦੀ ਦੀ ਸੰਰਚਨਾ ਦਾ, ਤੇ ਨਾਲ ਹੀ ਇਹ ਤਰਾਸਦੀ ਨੂੰ ਸੁੰਦਰ ਬਣਾਉਣ ਲਈ ਵਰਤਿਆ ਜਾਂਦਾ ਹੈ। ਤੇ ਇਹ ਕੋਰਿਕ ਸੌਂਗ ਬਾਰੇ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਕਿਵੇਂ ਹਰ ਅੰਕ ਤੋਂ ਬਾਅਦ ਉਹ ਰਿਪੀਟ ਹੁੰਦਾ ਤੇ ਫਿਰ ਕਨਕਲੂਜਨ ਤੋਂ ਬਾਅਦ ਉਹ ਨਹੀਂ ਹੁੰਦਾ। ਤੇ ਇਸ ਦੇ ਨਾਲ ਹੀ ਜਿਹੜਾ ਛੇਵਾਂ ਤੱਤ ਹੈ ਉਹ ਦ੍ਰਿਸ਼ ਵਿਧਾਨ ਹੈ। ਦ੍ਰਿਸ਼ ਵਿਧਾਨ ਦਾ ਸੰਬੰਧ ਤਰਾਸਦੀ ਦੇ ਰੰਗਮੰਚ ਤੇ ਖੇਡੇ ਜਾਣ ਨਾਲ ਹੈ। ਇਹਦੇ ਬਾਰੇ ਬਹੁਤ ਸਾਰੀ ਡਿਬੇਟ ਵੀ ਹੁੰਦੀ ਆ ਕਿ ਅਰਸਤੂ ਇਹਨੂੰ ਕਿੰਨਾ ਕਿ ਇੰਪੋਰਟੈਂਟ ਮੰਨਦਾ ਹੈ। ਅਰਸਤੂ ਦੀਆਂ ਆਪਣੀਆਂ ਸਟੇਟਮੈਂਟਸ ਵੀ ਬਹੁਤ ਕੰਟਰੋਵਰਸ਼ੀਅਲ ਹੈ ਇਸ ਇਸ਼ੂ ਤੇ। ਕਿਤੇ ਲੱਗਦਾ ਹੈ ਜਦੋਂ ਖਾਸ ਤੌਰ ਤੇ ਉਹ ਐਪਿਕ ਨਾਲ ਤਰਾਸਦੀ ਦੀ ਤੁਲਨਾ ਕਰਦਾ ਹੈ ਤੇ ਤਰਾਸਦੀ ਨੂੰ ਬਿਹਤਰ ਕਹਿੰਦਾ ਹੈ, ਉਦੋਂ ਲੱਗਦਾ ਹੈ ਕਿ ਉਹਦੇ ਲਈ ਦ੍ਰਿਸ਼ ਵਿਧਾਨ ਜਾਂ ਰੰਗਮੰਚ ਬਹੁਤ ਇੰਪੋਰਟੈਂਟ ਹੈ। ਪਰ ਜਦੋਂ ਉਹ ਵੱਖਰੇ ਤੌਰ ਤੇ ਦ੍ਰਿਸ਼ ਵਿਧਾਨ ਬਾਰੇ ਗੱਲ ਕਰਦਾ ਹੈ ਤਾਂ ਉੱਥੇ ਲੱਗਦਾ ਹੈ ਕਿ ਉਹ ਦ੍ਰਿਸ਼ ਵਿਧਾਨ ਨੂੰ ਕੋਈ ਬਹੁਤ ਜ਼ਰੂਰੀ ਹਿੱਸਾ ਤਰਾਸਦੀ ਦਾ ਨਹੀਂ ਮੰਨਦਾ। ਤਾਂ ਉਹ ਕਹਿੰਦਾ ਵੀ ਫੀਅਰ ਤੇ ਪਿਟੀ ਜਗਾਉਣ ਦੇ ਵਿੱਚ, ਵਿਰੇਚਨ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਦ੍ਰਿਸ਼ ਦੀ ਬਹੁਤ ਇੰਪੋਰਟੈਂਸ ਹੈ, ਰੰਗਮੰਚ ਤੇ ਤਰਾਸਦੀ ਦੇ ਖੇਡੇ ਜਾਣ ਦੀ ਬਹੁਤ ਇੰਪੋਰਟੈਂਸ ਹੈ। ਇਹਦੀ ਆਪਣੀ ਕਿਸਮ ਦੀ ਭਾਵਨਾ ਨੂੰ ਇਹ ਜਗਾਉਂਦੀ ਹੈ ਤੇ ਇਹਨੂੰ ਸਾਨੂੰ ਇਹਦੀ ਮਹੱਤਤਾ ਨੂੰ ਸਵੀਕਾਰ ਕਰਨਾ ਚਾਹੀਦਾ। ਪਰ ਨਾਲ ਹੀ ਉਹ ਕਹਿੰਦਾ ਹੈ ਕਿ ਜਿਹੜਾ ਫੀਅਰ ਤੇ ਪਿਟੀ ਜ਼ਰੂਰੀ ਨਹੀਂ ਹੈ ਕਿ ਉਹ ਦ੍ਰਿਸ਼ ਵਿਧਾਨ ਦੁਆਰਾ ਹੀ ਪੈਦਾ ਕੀਤੇ ਜਾਣ, ਸਗੋਂ ਇਹ ਵੱਖਰੇ ਰੂਪ ਦੇ ਵਿੱਚ ਸਿਰਫ ਤਰਾਸਦੀ ਨੂੰ ਪੜ੍ਹ ਕੇ ਜਾਂ ਸੁਣ ਕੇ ਵੀ ਪੈਦਾ ਹੋ ਸਕਦੇ ਨੇ।
ਤੇ ਉਹੀ ਤਰਾਸਦੀ ਬਿਹਤਰ ਹੁੰਦੀ ਆ ਜਿਹਦੇ ਵਿੱਚ ਸਿਰਫ ਪੜ੍ਹ ਕੇ ਜਾਂ ਸੁਣ ਕੇ ਵੀ ਤਰਾਸਦਿਕ ਭਾਵ ਪੈਦਾ ਹੋ ਸਕਦੇ ਨੇ। ਇਹਦੇ ਲਈ ਫਿਰ ਉਹਨੂੰ ਲੱਗਦਾ ਹੈ ਕਿ ਈਡੀਪਸ ਸੁਣ ਕੇ ਤੁਹਾਡੇ ਮਨ 'ਚ ਤਰਾਸਦਿਕ ਭਾਵ ਪੈਦਾ ਹੋ ਸਕਦੇ ਨੇ, ਉਹ ਬਿਨਾਂ ਦ੍ਰਿਸ਼ ਵਿਧਾਨ ਤੋਂ ਵੀ। ਉਹ ਕਹਿੰਦਾ ਹੈ ਕਿ ਦ੍ਰਿਸ਼ ਵਿਧਾਨ ਰਾਹੀਂ ਜਿਹੜੀ ਤਰਾਸਦੀ ਨੂੰ ਦ੍ਰਿਸ਼ ਵਿਧਾਨ ਰਾਹੀਂ ਇਹ ਪੈਦਾ ਕਰਨੇ ਪੈਂਦੇ ਨੇ ਭਾਵ ਉਹ ਇੱਕ ਤਰ੍ਹਾਂ ਦੀ ਕਲਾਤਮਕ ਪੱਖੋਂ ਘਟੀਆ ਜਾਂ ਮਤਲਬ ਘੱਟ ਦਰਜੇ ਦੀ, ਘਟੀਆ ਸ਼ਾਇਦ ਠੀਕ ਸ਼ਬਦ ਨਹੀਂ ਹੈ, ਉਹਦਾ ਦਰਜਾ ਕਲਾਤਮਕ ਪੱਖੋਂ ਘੱਟ ਹੁੰਦਾ ਹੈ, ਪਰ ਇੱਕ ਜਿਹੜਾ ਸੁਪੀਰੀਅਰ ਕਵੀ ਹੈ, ਇੱਕ ਜਿਹੜਾ ਚੰਗਾ ਕਵੀ ਆ, ਉਹ ਇਸ ਤਰ੍ਹਾਂ ਦੀ ਤਰਾਸਦੀ ਦੀ ਵੀ ਸਿਰਜਣਾ ਕਰ ਸਕਦਾ ਹੈ ਕਿ ਤੁਹਾਨੂੰ ਬਿਨਾਂ ਦ੍ਰਿਸ਼ ਵਿਧਾਨ ਤੋਂ ਵੀ ਜਿਹੜੇ ਅੰਤ ਦੇ ਵਿੱਚ ਕਰੁਣਾ ਤੇ ਡਰ ਦੇ ਭਾਵ ਪੈਦਾ ਹੋਣ ਤੇ ਤਰਾਸਦਿਕ ਭਾਵ ਪੈਦਾ ਹੋਣ ਤੇ ਦਰਸ਼ਕ ਦਾ ਜਿਹੜਾ ਵਿਰੇਚਨ ਹੈ ਉਹ ਇਹਨਾਂ ਭਾਵਾਂ ਦਾ ਹੋ ਸਕਦਾ ਹੋਵੇ। ਉਹ ਇਹ ਵੀ ਕਹਿੰਦਾ ਹੈ ਕਿ ਦ੍ਰਿਸ਼ ਵਿਧਾਨ ਦਾ ਸੰਬੰਧ ਕਵੀ ਨਾਲ ਨਹੀਂ ਹੁੰਦਾ ਬਲਕਿ ਬਾਹਰਲੀਆਂ ਚੀਜ਼ਾਂ ਨਾਲ ਹੈ, ਜਿਵੇਂ ਨਿਰਦੇਸ਼ਕ ਜਾਂ ਐਕਟਰ ਜਾਂ ਹੋਰ ਚੀਜ਼ਾਂ ਹੋਣਗੀਆਂ, ਬਾਹਰਲੀਆਂ ਤਕਨੀਕਾਂ ਨਾਲ ਹੈ। ਇਹਦਾ ਲੀਸਟ ਸੰਬੰਧ ਬਣਦਾ ਹੈ ਕਵੀ ਨਾਲ ਦ੍ਰਿਸ਼ ਵਿਧਾਨ ਦਾ, ਪਰ ਫਿਰ ਵੀ ਉਹ ਜਦੋਂ ਸ਼ੁਰੂ 'ਚ 6 ਐਲੀਮੈਂਟਸ ਦੀ ਗੱਲ ਕਰਦਾ ਉੱਥੇ ਦ੍ਰਿਸ਼ ਵਿਧਾਨ ਨੂੰ ਬਹੁਤ ਇੰਪੋਰਟੈਂਟ ਮੰਨਦਾ ਹੈ। ਸੋ ਇਹਦੇ ਨਾਲ ਜਿਹੜਾ ਸਾਡੀ 6 ਤੱਤਾਂ ਦੀ ਤਰਾਸਦੀ ਦੀ ਵਿਆਖਿਆ ਤੇ ਬਿਹਤਰ ਜਿਹੜੀ ਤਰਾਸਦੀ ਹੈ ਉਹ ਕਿਵੇਂ ਸਿਰਜੀ ਜਾ ਸਕਦੀ ਹੈ, ਇਹ ਗੱਲ ਇੰਨੀ ਸਾਡੀ ਗੱਲਬਾਤ ਨਾਲ ਅਸੀਂ ਅੱਜ ਨਿਬੇੜਦੇ ਹਾਂ। ਅਗਲੇ ਲੈਕਚਰ ਦੇ ਵਿੱਚ ਅਸੀਂ ਜੋ ਤਰਾਸਦੀ ਤੇ ਐਪਿਕ ਦਾ ਅੰਤਰ ਕਰਦਾ ਅਰਸਤੂ ਉਹਦੇ ਬਾਰੇ ਗੱਲ ਕਰਾਂਗੇ। ਵਿਰੇਚਨ ਤੇ ਸਧਾਰਨੀਕਰਨ ਬਾਰੇ ਵੀ ਅਗਲੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਫਿਲਹਾਲ ਅੱਜ ਇੱਕ ਪਰਫੈਕਟ ਟ੍ਰੈਜੇਡੀ ਦੀ ਸਿਰਜਣਾ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਪਾਤਰ ਕਿਹੋ ਜਿਹੇ ਹੋਣੇ ਚਾਹੀਦੇ ਆ, ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਆ, ਗੀਤ ਦੀ ਕੀ ਇੰਪੋਰਟੈਂਸ ਆ, ਥਾਟ ਦਾ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ, ਤੇ ਸਭ ਤੋਂ ਜ਼ਿਆਦਾ ਜਿਹੜੇ ਇਸ਼ੂ ਤੇ ਅਸੀਂ ਗੱਲ ਕੀਤੀ ਕਿ ਕਥਾਨਕ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਅੱਜ ਦੇ ਲੈਕਚਰ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਖਤਮ ਕਰਦੇ ਹਾਂ ਤੇ ਅਗਲੇ ਲੈਕਚਰ ਦੇ ਵਿੱਚ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ। ਥੈਂਕ ਯੂ।